ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦੀ ਕਲਾਸ ਵਿੱਚ ਗੁਰਬਾਣੀ ਵਿਆਕਰਨ ਦੇ ਨਿਯਮ ਬਾਰੇ ਜੋ ਅਸੀਂ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਿਚਾਰ ਕਰਦੇ ਆ ਰਹੇ ਹਾਂ, ਉਹਦੇ ਬਾਰੇ ਹੀ ਅੱਜ ਅੱਗੇ ਵਿਚਾਰ ਚੱਲੇਗੀ। ਅੱਜ ਦੀ ਵਿਚਾਰ ਵੀਰ ਸੁਖਵਿੰਦਰ ਸਿੰਘ ਜੀ ਜੋ ਲੁਧਿਆਣੇ ਤੋਂ ਹਨ, ਜੋ ਅਨੰਦਪੁਰ ਸਾਹਿਬ ਸਿੱਖ ਮਿਸ਼ਨਰੀ ਕਾਲਜ ਤੋਂ ਵਿੱਦਿਆ ਪ੍ਰਾਪਤ ਕਰਕੇ ਇਸ ਪ੍ਰਚਾਰ ਦੀ ਫੀਲਡ ਵਿੱਚ ਆਏ ਔਰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਗੁਰਬਾਣੀ ਵਿਆਕਰਨ ਨੂੰ ਸਿੱਖਿਆ ਹੈ, ਉਹ ਜੋ ਸਿੱਖਿਆ ਹੈ ਉਹ ਸਾਡੇ ਨਾਲ ਸਾਂਝਾ ਕਰਨ ਦੇ ਲਈ ਅੱਜ ਸਾਡੇ ਕੋਲ ਹਾਜ਼ਰ ਹੋਏ ਹੈ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਇੱਕ ਦਿਨ ਸ਼ੁੱਕਰਵਾਰ ਉਹਨਾਂ ਨੇ ਅਸੀਂ ਚੇਂਜ ਕੀਤਾ ਸੀ ਇਸੇ ਕਰਕੇ, ਕਿਉਂਕਿ ਪਹਿਲੇ ਸ਼ੁੱਕਰਵਾਰ ਨੂੰ ਸਾਡਾ ਲੈਕਚਰ ਜਾਂ ਫਿਲਾਸਫੀ ਦੇ ਉੱਤੇ ਜਾਂ ਇਤਿਹਾਸ ਦੇ ਉੱਤੇ ਜਾਂ ਸਲਾਈਡ ਸ਼ੋਅ ਜਾਂ ਇਸ ਤਰ੍ਹਾਂ ਅਸੀਂ ਰੱਖਦੇ ਸੀ, ਪਰ ਕਿਉਂ ਇਹਨਾਂ ਦੀ ਅਵੇਲੇਬਿਲਿਟੀ ਸੰਡੇ ਘੱਟ ਹੁੰਦੀ ਹੈ, ਇਸ ਵਾਸਤੇ ਫਰਾਈਡੇ ਇਹਨਾਂ ਨੂੰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਦਿਨ ਅਸੀਂ ਗੁਰਬਾਣੀ ਵਿਆਕਰਨ ਲਈ ਰੱਖ ਲਿਆ। ਇਹ ਅੱਜ ਸਾਡੇ ਵਿੱਚ ਸ਼ਾਮਲ ਹੋਏ ਹਨ ਵੀਰ ਸੁਖਵਿੰਦਰ ਸਿੰਘ ਜੀ। ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਸੁਖਵਿੰਦਰ ਸਿੰਘ ਜੀ ਨੂੰ ਕਿ ਉਹ ਮੂਲ ਮੰਤਰ ਗੁਰੂ ਮੰਤਰ ਦਾ ਜਾਪ ਕਰਕੇ ਅੱਜ ਦੀ ਕਲਾਸ ਸ਼ੁਰੂ ਕਰਾਉਣ ਜੀ। ਵੀਰ ਸੁਖਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਕਿਰਪਾ, ਮਹਿਰਾਮਤ ਦੇ ਸਦਕਾ ਗੁਰਮਤਿ ਕਲਾਸ ਦੇ ਵਿੱਚ ਜੁੜ ਮਿਲ ਬੈਠੇ ਸਮੂਹ ਗੁਰਮੁਖ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ। ਸਾਰੇ ਰਲ ਮਿਲ ਕੇ ਬੁਲਾਈਏ ਫਤਿਹ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਲਾਸ ਦੀ ਆਰੰਭਤਾ ਕਰਨ ਤੋਂ ਪਹਿਲਾਂ ਮੈਂ ਆਪ ਸਮੂਹ ਕਲਾਸ ਦੇ ਵੀਰਾਂ ਤੋਂ ਭੈਣਾਂ ਤੋਂ ਮਾਫੀ ਚਾਹੁੰਦਾ ਹਾਂ, ਕਿਉਂਕਿ ਅੱਜ ਮੈਂ ਆਪਣਾ ਦਸਤਾਰ ਸਜਾ ਕੇ ਹਾਜ਼ਰ ਨਹੀਂ ਹੋ ਪਾਇਆ। ਇਹਦਾ ਇੱਕ ਰੀਜ਼ਨ ਸੀ ਜੀ, ਸਾਡੇ ਘਰ 2-4 ਦਿਨਾਂ ਤੋਂ ਜਿਹੜੇ ਆ ਮਿਸਤਰੀ ਲੱਗੇ ਹੋਏ ਆ ਜੀ, ਕੰਮ ਚੱਲ ਰਹੇ ਆ। ਸੋ ਮੈਂ ਵੀ ਬੜੀ ਮੁਸ਼ਕਲ ਦੇ ਨਾਲ ਅੱਜ ਜਿਹੜਾ ਵਾ ਟਾਈਮ ਕੱਢਿਆ ਉਹਦੇ ਵਿੱਚੋਂ ਦੀ, ਕਿਉਂਕਿ ਸਾਰਾ ਦਿਨ ਅੱਜ ਮੈਨੂੰ ਹੋ ਗਿਆ ਜੀ ਉਹਨਾਂ ਦੇ ਨਾਲ ਲੇਬਰ ਦੇ ਨਾਲ ਲੱਗਿਆ ਹੋਇਆਂ ਨੂੰ, ਕੰਮ ਕਰਾਉਂਦਿਆਂ ਨੂੰ ਮਿਸਤਰੀ ਦੇ ਨਾਲ। ਤੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਖਿਮਾ ਦਾ ਜਾਚਕ ਹਾਂ ਜੀ, ਤੇ ਅਗਾਂਹ ਤੋਂ ਗੁਰੂ ਸਾਹਿਬ ਬਖਸ਼ਿਸ਼ ਕਰਨ ਦਸਤਾਰ ਸਜਾ ਕੇ ਜਿਹੜਾ ਵਾ ਆਪਣੇ ਅਸਲ ਮੁਕੰਮਲ ਜਿਹੜਾ ਸਾਡਾ ਸਿੱਖੀ ਸਰੂਪ ਆ ਉਹਦੇ ਵਿੱਚ ਮੈਂ ਜਿਹੜਾ ਵਾ ਹਾਜ਼ਰ ਹੋ ਸਕਾਂ। ਤੋ ਆਓ ਹੁਣ ਅੱਜ ਅਸਾਂ ਗੁਰਬਾਣੀ ਵਿਆਕਰਨ ਦੀ ਜਿਹੜੀ ਕਲਾਸ ਆ ਉਹ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਲਾਉਣੀ ਹੈ ਜੀ। ਸਭ ਤੋਂ ਪਹਿਲਾਂ ਆਪਾਂ ਮੂਲ ਮੰਤਰ ਤੇ ਗੁਰੂ ਮੰਤਰ ਦਾ ਜਿਹੜਾ ਉਹ ਆਪਾਂ ਇੱਕ ਆਪਾਂ ਪਾਠ ਕਰ ਲਈਏ, ਉਸ ਤੋਂ ਬਾਅਦ ਫਿਰ ਆਪਾਂ ਆਰੰਭਤਾ ਕਰ ਦਈਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਗੁਰਮਤਿ ਕਲਾਸ ਦੇ ਵਿੱਚ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿਛਲੇ ਰੋਜ਼ ਜਿਹੜੀ ਆਪਾਂ ਸ਼ੁੱਕਰਵਾਰ ਨੂੰ ਗੁਰਬਾਣੀ ਵਿਆਕਰਨ ਦੀ ਕਲਾਸ ਲਾਈ ਸੀ ਜੀ, ਉਸ ਵਿੱਚ ਆਪਾਂ ਜਿਹੜਾ ਕੈ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅੰਮ੍ਰਿਤਮਈ ਬਾਣੀ ਵਿੱਚ ਆਉਂਦਾ ਵਾ, ਉਸ ਕੈ ਸ਼ਬਦ ਦੇ ਬਾਰੇ ਆਪਾਂ ਬੜੀ ਖੁੱਲ ਕੇ ਜਿਹੜੀ ਆ ਉਹ ਵਿਚਾਰ ਕੀਤੀ ਸੀ। ਅੱਜ ਆਪਾਂ ਉਸ ਤੋਂ ਅੱਗੇ ਤੁਰਾਂਗੇ ਜੀ। ਅੱਜ ਕੈ ਸ਼ਬਦ ਤੋਂ ਬਾਅਦ ਆ ਜੀ ਤੈ ਸ਼ਬਦ ਦੀ ਵਿਚਾਰ। ਤੈ ਸ਼ਬਦ ਮੈਂ ਕੋਸ਼ਿਸ਼ ਕੀਤੀ ਹੈ ਜੀ, ਜਿਹੜਾ ਆਪਣਾ ਸਿੱਖ ਮਿਸ਼ਨ ਕਾਲਜ ਦਾ WhatsApp ਗਰੁੱਪ ਆ ਜੀ, ਉਹਦੇ ਵਿੱਚ ਤੈ ਸ਼ਬਦ ਦਾ ਜਿਹੜਾ ਵਾ ਉਹ ਪੂਰਾ ਲੇਖ ਜਿਹੜਾ ਵਾ ਉਹ ਸਾਂਝਾ ਕੀਤਾ ਹੋਇਆ। ਆਪ ਜੀ ਉਹਦੇ ਵਿੱਚੋਂ ਜਿਹੜਾ ਵਾ ਉਹ ਲੇਖ ਦੇਖ ਸਕਦੇ ਹੋ, ਨਾਲੋਂ ਨਾਲ ਪੜ੍ਹ ਸਕਦੇ ਹੋ ਜੀ। ਕਿਉਂਕਿ ਜਿਹੜਾ ਆਪਾਂ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਜਿਹੜੀ ਆਪਾਂ ਕਿਤਾਬ ਆਰੰਭ ਕੀਤੀ ਹੋਈ ਹੈ ਜੀ, ਇਸ ਕਿਤਾਬ ਦੇ ਵੀ ਤੁਸੀਂ ਦੇਖ ਸਕਦੇ ਹੋ ਵੀ 49 ਨੰਬਰ ਪੇਜ ਦੇ ਉੱਤੇ ਤੈ ਸ਼ਬਦ ਦੇ ਬਾਰੇ ਜਿਹੜੀ ਆ ਉਹ ਵਿਚਾਰ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੋਈ ਆ। ਤੇ ਜਿਹੜਾ ਤੈ ਸ਼ਬਦ ਆ, ਹਾਲਾਂਕਿ 48 ਨੰਬਰ ਪੇਜ ਦੇ ਉੱਤੇ ਜਿਹੜਾ ਵਾ ਸਾਨੂੰ ਗੁਰਬਾਣੀ ਵਿਆਕਰਨ ਦੀ ਸਰਲ ਨੇਮ ਜਿਹੜੀ ਕਿਤਾਬ ਆ ਉੱਥੇ ਸਾਨੂੰ ਦੱਸਿਆ ਗਿਆ ਵੀ ਜਿਹੜਾ ਤੈ ਸ਼ਬਦ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਹੜਾ ਵਾ ਉਹ ਸੁਤੰਤਰ ਰੂਪ ਦੇ ਵਿੱਚ ਇਹਦੀ ਵਰਤੋਂ ਜਿਹੜੀ ਆ ਉਹ ਮਿਲਦੀ ਆ ਸਾਨੂੰ ਪੜ੍ਹਨ ਨੂੰ। ਤੇ ਇਸ ਤੈ ਸ਼ਬਦ ਦੇ ਜਿਹੜੇ ਵੱਖੋ ਵੱਖਰੇ ਅਰਥ ਜਿਹੜੇ ਆ ਉਹ ਵੀ ਗੁਰਬਾਣੀ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦੇ ਆ। ਤੇ ਗੱਲ ਵੀ ਠੀਕ ਹੈ ਜੀ, ਜਿਵੇਂ ਆਪਾਂ ਪਿਛਲੇ ਰੋਜ਼ ਕੈ ਸ਼ਬਦ ਸੰਬੰਧੀ ਆਪਾਂ ਕੁਝ ਗੱਲਾਂ ਵਿਚਾਰੀਆਂ ਸੀ, ਕੁਝ ਗੱਲਾਂ ਪੜ੍ਹੀਆਂ ਸੀ ਵੀ ਜਿਹੜਾ ਕੈ ਸ਼ਬਦ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਵਾ ਕਈ ਅਰਥਾਂ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਵਾ। ਇਸੇ ਤਰ੍ਹਾਂ ਤੈ ਸ਼ਬਦ ਵੀ ਸਾਨੂੰ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਜਿਹੜਾ ਵਾ ਉਹ ਕਈ ਅਰਥਾਂ ਦੇ ਵਿੱਚ ਪੜ੍ਹਨ ਨੂੰ ਮਿਲਦਾ ਵਾ। ਪਰ ਇੱਥੇ ਮੈਂ ਜਿਹੜਾ ਵਾ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਵੀ ਜਿਹੜਾ ਤੈ ਸ਼ਬਦ ਆ ਅਤੇ ਜਿਹੜਾ ਅਤੈ ਸ਼ਬਦ ਆ, ਅਤੈ ਤੈ ਅਤੈ ਅਤੇ ਇੱਕ ਸ਼ਬਦ ਆ ਜੀ ਤੂੰ, ਇਹ ਜਿਹੜੇ ਤਿੰਨ ਸ਼ਬਦ ਆ ਨਾ ਜੀ ਗੁਰਬਾਣੀ ਦੇ ਵਿੱਚ, ਇਹਨਾਂ ਤਿੰਨਾਂ ਸ਼ਬਦਾਂ ਦਾ ਜਿਹੜਾ ਵਾ ਬਹੁਤ ਵਾਰ ਜਿਹੜਾ ਵਾ ਉਹ ਪ੍ਰਯੋਗ ਕੀਤਾ ਹੋਇਆ, ਵਰਤੋਂ ਕੀਤੀ ਹੋਈ ਹੈ। ਅਤੈ ਸ਼ਬਦ, ਤੈ ਸ਼ਬਦ ਅਤੇ ਤੂੰ ਸ਼ਬਦ। ਹਾਲਾਂਕਿ ਮੈਂ ਇਹ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ ਵੀ ਜਿਹੜਾ ਅਤੈ ਸ਼ਬਦ ਆ ਨਾ ਜੀ, ਅਤੈ ਆਪਣੀ ਜਿਹੜੀ ਅਸੀਂ ਆਮ ਬੋਲਚਾਲ ਦੀ ਭਾਸ਼ਾ ਅਸੀਂ ਪੰਜਾਬੀ ਬੋਲਦੇ ਹਾਂ, ਇਹਦੇ ਵਿੱਚ ਅਸੀਂ ਅਤੈ ਸ਼ਬਦ ਤੱਤੇ ਉੱਤੇ ਦੁਲਾਵਾਂ ਦੇ ਨਾਲ ਉਚਾਰਨ ਨਹੀਂ ਕਰਦੇ। ਇਸ ਸ਼ਬਦ ਨੂੰ ਅਸੀਂ ਜਿਹੜਾ ਵਾ ਅਤੇ ਤੱਤੇ ਉੱਤੇ ਇੱਕ ਲਾਂ ਦੇ ਨਾਲ ਅਸੀਂ ਉਚਾਰਨ ਕਰਦੇ ਹਾਂ। ਤੇ ਜਿਹੜਾ ਤੈ ਸ਼ਬਦ ਆ ਇਹਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਜਿਹੜਾ ਵਾ ਉਹ ਤੇ ਤੱਤੇ ਉੱਤੇ ਇੱਕ ਲਾਂ ਤੇ ਦੇ ਨਾਲ ਅਸੀਂ ਉਚਾਰਨ ਕਰਦੇ ਹਾਂ, ਅਸੀਂ ਤੈ ਨਹੀਂ ਕਹਿੰਦੇ। ਤੈ ਆਪਾਂ ਬਹੁਤ ਰੀਅਰ ਯਾਨੀ ਕਿ ਬਹੁਤ ਘੱਟ ਅਸੀਂ ਉਚਾਰਨ ਕਰਦੇ ਆ ਤੈ ਸ਼ਬਦ, ਜ਼ਿਆਦਾਤਰ ਅਤੇ ਤੇ। ਕਿਉਂਕਿ ਗੁਰਬਾਣੀ ਦੇ ਵਿੱਚ ਜਿਹੜਾ ਵਾ ਸਾਨੂੰ ਤੈ ਸ਼ਬਦ ਜਿਹੜਾ ਵਾ ਉਹ ਅਤੇ ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਪੜ੍ਹਨ ਨੂੰ, ਅਰਥਾਂ ਦੇ ਵਿੱਚ ਪੜ੍ਹਨ ਨੂੰ ਮਿਲੇਗਾ। ਕਿਉਂਕਿ ਮੈਂ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ, ਇਹਨੂੰ ਸਮਝੋ ਤੇ ਸੁਣੋ ਧਿਆਨ ਨਾਲ। ਜਿਵੇਂ ਆਪਾਂ ਪਿਛਲੇ ਰੋਜ਼ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਸੀ, ਜਿਹੜਾ ਕੈ ਸ਼ਬਦ ਆ ਇਹ ਯੋਜਕ ਦੇ ਰੂਪ ਦੇ ਵਿੱਚ ਗੁਰਬਾਣੀ ਵਿਆਕਰਨ ਦੇ ਵਿੱਚ ਜਿਹੜਾ ਵਾ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਯੋਜਕ ਅਸੀਂ ਕਿਹਨੂੰ ਕਹਿੰਦੇ ਆ ਜੀ? ਯੋਜਕ ਅਸੀਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਆ ਜਿਹੜੇ ਸ਼ਬਦ ਦੋ ਵਾਕਾਂ ਨੂੰ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰਦੇ ਆ, ਜੋੜਦੇ ਆ, ਉਹਨਾਂ ਸ਼ਬਦਾਂ ਨੂੰ ਅਸੀਂ ਯੋਜਕ ਕਹਿੰਦੇ ਆ। ਜਿਵੇਂ ਰਾਮ ਅਤੇ ਸ਼ਾਮ, ਜਾਂ ਫਿਰ ਰਾਮ ਤੇ ਸ਼ਾਮ। ਇਹ ਜਿਹੜਾ ਅਤੇ ਤੇ ਸ਼ਬਦ ਆ ਇਹ ਕੀ ਹੋ ਗਿਆ ਜੀ? ਯੋਜਕ ਹੋ ਗਏ। ਇਹਨਾਂ ਨੇ ਰਾਮ ਤੇ ਸ਼ਾਮ ਜਾਂ ਰਾਮ ਤੇ ਸ਼ਾਮ ਨੂੰ ਜਿਹੜਾ ਵਾ ਉਹ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ।
ਇਸ ਵਾਸਤੇ ਜਿਹੜਾ ਵਾ ਇਹ ਅਤੇ ਤੇ ਤੇ ਸ਼ਬਦ ਜਿਹੜਾ ਵਾ ਇਹ ਜੋਜਕ ਸ਼ਬਦ ਆ। ਗੁਰਬਾਣੀ ਵਿੱਚ ਅਤੇ ਦਾ ਸਰੂਪ ਜਿਹੜਾ ਵਾ ਉਹ ਤੱਤੇ ਉੱਤੇ ਦੁਲਾਵਾਂ ਦੇ ਨਾਲ ਆ, ਤੇ ਦਾ ਜਿਹੜਾ ਸਰੂਪ ਆ ਉਹ ਤੱਤੇ ਉੱਤੇ ਦੁਲਾਵਾਂ ਦੇ ਨਾਲ ਆ। ਇਹ ਗੁਰਬਾਣੀ ਦੇ ਵਿੱਚ ਜਿਹੜਾ ਵਾ ਦੋ ਸ਼ਬਦਾਂ ਨੂੰ ਕਨੈਕਟ ਕਰਨ ਵਾਸਤੇ, ਜਿਹੜਾ ਵਾ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਵਾਸਤੇ ਜਿਹੜਾ ਵਾ ਅਤੇ ਸ਼ਬਦ ਅਤੇ ਤੈ ਸ਼ਬਦ ਜਿਹੜਾ ਵਾ ਉਹ ਸਾਨੂੰ ਵਾਰ-ਵਾਰ ਪੜ੍ਹਨ ਨੂੰ ਮਿਲਦਾ ਵਾ। ਜਿਵੇਂ ਆਪਾਂ ਉਦਾਹਰਨ ਆਪਾਂ ਲੈ ਲਈਏ ਜੀ, ਗੁਰਬਾਣੀ ਦੇ ਵਿੱਚੋਂ ਹੀ ਆਪਾਂ ਲੈਣੇ ਉਦਾਹਰਨਾਂ। ਵੈਸੇ ਤੇ ਤੁਸੀਂ ਦੇਖ ਸਕਦੇ ਹੋ ਵੀ ਉਦਾਹਰਨਾਂ ਜਿਹੜੀਆਂ ਵਾ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਹੋਈਆਂ ਵਾ। ਤੁਸੀਂ ਤੇ ਦੇਖੋ ਗੁਰਬਾਣੀ ਦੀ ਉਦਾਹਰਨ ਹੈ ਜੀ, ਨਦੀਆਂ ਅਤੇ ਵਾਹ ਭਾਵੇਂ ਸਮੁੰਦ ਨਾ ਜਾਣੀਏ। ਨਦੀਆਂ ਅਤੇ ਵਾਹ, ਨਦੀਆਂ ਸ਼ਬਦ ਅਤੇ ਵਾਹ ਦਾ ਅਰਥ ਹੈ ਜੀ ਨਾਲੇ। ਨਦੀਆਂ ਅਤੇ ਨਾਲੇ, ਜੇ ਆਪਾਂ ਆਮ ਪੰਜਾਬੀ ਭਾਸ਼ਾ ਵਿੱਚ ਬੋਲਾਂਗੇ ਆਪਾਂ ਕਵਾਂਗੇ ਨਦੀਆਂ ਅਤੇ ਨਾਲੇ ਜਾਂ ਨਦੀਆਂ ਤੇ ਨਾਲੇ। ਜਿਹੜਾ ਅਤੇ ਸ਼ਬਦ ਤੱਤੇ ਤੇ ਦੁਲਾਵਾਂ ਨਾਲ, ਉਹਨੂੰ ਅਸੀਂ ਆਮ ਪੰਜਾਬੀ ਭਾਸ਼ਾ 'ਚ ਅਤੇ ਕਵਾਂਗੇ, ਨਦੀਆਂ ਅਤੇ ਨਾਲੇ। ਪਰ ਗੁਰਬਾਣੀ ਵਿੱਚ ਤੁਸੀਂ ਦੇਖੋ ਜਿਹੜਾ ਅਤੇ ਸ਼ਬਦ ਆ ਉਹ ਅਤੇ ਤੱਤੇ ਉੱਤੇ ਦੁਲਾਵਾਂ ਦੇ ਨਾਲ ਆਇਆ ਹੋਇਆ। ਇਸ ਕਰਕੇ ਜਿਹੜਾ ਅਤੇ ਸ਼ਬਦ ਆ ਇਹ ਕੀ ਹੈ ਜੀ, ਕਨੈਕਟ, ਇਹ ਜੋਜਕ ਆ, ਕੰਜੰਕਸ਼ਨ ਆ ਆਪਸ ਵਿੱਚ। ਨਦੀਆਂ ਵਾਹ, ਨਦੀਆਂ ਵਾਹ ਦਾ ਅਰਥ ਨਾਲੇ, ਨਾਲੇ ਅਤੇ ਨਦੀਆਂ ਦੋਹਾਂ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰ ਰਿਹਾ, ਜੋੜ ਰਿਹਾ ਵਾ, ਜੋਜਕ ਦਾ ਕੰਮ ਕਰ ਰਿਹਾ ਵਾ। ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ। ਪੜਿਆ ਅਤੇ ਓਮੀਆਂ, ਓਮੀਆਂ ਦਾ ਅਰਥ ਜੀ ਅਨਪੜ੍ਹ, ਪੜਿਆ ਤੇ ਅਨਪੜ੍ਹ, ਪੜਿਆ ਅਤੇ ਅਨਪੜ੍ਹ। ਅਤੇ ਸ਼ਬਦ ਇੱਥੇ ਜਿਹੜਾ ਵਾ ਪੜਿਆ ਤੇ ਅਨਪੜ੍ਹਿਆ, ਇਹਨਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਕੀ ਕਰ ਰਿਹਾ ਜੀ, ਕਨੈਕਟ ਕਰ ਰਿਹਾ, ਜੋੜ ਰਿਹਾ। ਤਾਂ ਇੱਥੇ ਗੁਰਬਾਣੀ ਦੇ ਵਿੱਚ ਅਤੇ ਸ਼ਬਦ ਜਿਹੜਾ ਵਾ ਇਹ ਕੰਜੰਕਸ਼ਨ ਦਾ ਕੰਮ ਕਰ ਰਿਹਾ, ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਇਹਨੇ ਗੋਹੇ ਸ਼ਬਦ ਨੂੰ ਤੇ ਲੱਕੜੀ ਸ਼ਬਦ ਨੂੰ ਤੁਸੀਂ ਦੇਖੋ ਆਪਸ ਵਿੱਚ ਕੀ ਕਰ ਦਿੱਤਾ ਵਾ ਜੀ, ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ। ਜਿਵੇਂ ਕੈ ਸ਼ਬਦ ਨੇ ਜੋੜਿਆ ਸੀ ਆਪਸ ਵਿੱਚ ਦੋ ਸ਼ਬਦਾਂ ਨੂੰ। ਜਿਵੇਂ ਆਪਾਂ ਪੜ੍ਹਿਆ ਸੀ ਵੀ ਕਰਤੇ ਕੀਮਤ ਕਰਤਾ ਜਾਣੇ ਕੈ ਜਾਣੇ ਗੁਰਸੂਰਾ, ਉੱਥੇ ਕੈ ਜਿਹੜਾ ਸ਼ਬਦ ਆ ਉਹਨੇ ਕਰਤੇ ਕੀਮਤ ਕਰਤਾ ਜਾਣੇ, ਇਸ ਵਾਕ ਨੂੰ ਜਾਣੇ ਗੁਰਸੂਰਾ, ਇਸ ਵਾਕ ਨੂੰ, ਦੋਹਾਂ ਵਾਕਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੱਤਾ ਸੀ, ਜੋੜ ਦਿੱਤਾ ਸੀ। ਇਸੇ ਤਰ੍ਹਾਂ ਹੁਣ ਅਤੇ ਸ਼ਬਦ ਜਿਹੜਾ ਵਾ ਇਹ ਵੀ ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਆਪਸ ਵਿੱਚ ਕਨੈਕਟ ਕਰ ਰਿਹਾ, ਜੋੜ ਰਿਹਾ, ਇਹ ਜੋਜਕ ਦਾ ਕੰਮ ਕਰ ਰਿਹਾ। ਤੇ ਗੁਰਬਾਣੀ ਵਿਆਕਰਨ ਦਾ ਇਹ ਜਿਹੜਾ ਪਾਰਟ ਆ ਕੰਜੰਕਸ਼ਨ ਦਾ, ਇਹ ਬੜਾ ਜ਼ਰੂਰੀ ਆ। ਜੇ ਸਾਨੂੰ ਇਹਨਾਂ ਸ਼ਬਦਾਂ ਦੀ, ਕੰਜੰਕਸ਼ਨ ਵਾਲੇ ਸ਼ਬਦਾਂ ਦੀ ਜੇ ਸਾਨੂੰ ਸਮਝ ਹੋਵੇਗੀ ਤੇ ਅਸੀਂ ਜਿਹੜਾ ਵਾ ਗੁਰਬਾਣੀ ਦੇ ਬਹੁਤ ਸਹੀ ਅਰਥ ਜਿਹੜੇ ਆ ਉਹ ਅਸੀਂ ਸਮਝ ਸਕਦੇ ਹਾਂ ਤੇ ਕਰ ਸਕਦੇ ਆ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਈ। ਇਸੇ ਤਰ੍ਹਾਂ ਜੀ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇ। ਇੱਥੇ ਡੇ ਸ਼ਬਦ ਦਾ ਜਿਹੜਾ ਅਰਥ ਆ ਉਹ ਆ ਜੀ ਦਿਨ। ਤੁਸੀਂ ਦੇਖੋ ਇੱਥੇ ਰਾਤ ਅਤੇ ਦਿਨ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਅਤੇ ਸ਼ਬਦ ਨੇ ਕੀ ਕਰ ਦਿੱਤਾ ਜੀ, ਕਨੈਕਟ ਕਰ ਦਿੱਤਾ, ਜੋੜ ਦਿੱਤਾ। ਜੇ ਅਸੀਂ ਪੰਜਾਬੀ ਬੋਲੀ ਵਿੱਚ ਆਮ ਜਿਹੜੀ ਅਸੀਂ ਪੰਜਾਬੀ ਬੋਲਦੇ ਹਾਂ, ਜੇ ਉਹਦੇ ਵਿੱਚ ਅਸੀਂ ਦਿਨ ਰਾਤ ਕਹਿਣਾ ਹੋਵੇ, ਆਪਾਂ ਕਹਿੰਦੇ ਦਿਨ ਅਤੇ ਰਾਤ ਜਾਂ ਦਿਨ ਤੇ ਰਾਤ, ਵੀ ਦਿਨ ਤੇ ਰਾਤ ਤੂੰ ਕੰਮ ਕਰ ਰਿਹਾ ਹੈ। ਦਿਨ ਤੇ ਰਾਤ ਜਿਹੜਾ ਯਾਰ ਤੂੰ ਜਿਹੜਾ ਵਾ ਕੰਮ ਹੀ ਨਹੀਂ ਕਰਦਾ, ਆਪਾਂ ਤੇ ਸ਼ਬਦ ਜਾਂ ਫਿਰ ਅਤੇ ਸ਼ਬਦ ਵਰਤਦੇ ਆ। ਗੁਰਬਾਣੀ ਵਿੱਚ ਅਤੇ ਜਿਹੜਾ ਸ਼ਬਦ ਆ ਉਹ ਦੁਲਾਵਾਂ ਨਾਲ ਆਇਆ। ਬਸ ਇਸ ਗੱਲ ਨੂੰ ਸਮਝੋ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖੀ ਸ਼ਬਦ ਅਤੇ ਸੰਗਤੀ ਸ਼ਬਦ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਅਤੇ ਸ਼ਬਦ ਨੇ ਕਨੈਕਟ ਕਰ ਦਿੱਤਾ, ਜੋੜ ਦਿੱਤਾ। ਤੋਂ ਅਤੇ ਸ਼ਬਦ ਕੀ ਆ, ਗੁਰਬਾਣੀ ਦੇ ਵਿੱਚ ਸਮਝ ਲਓ ਵੀ ਅਤੇ ਸ਼ਬਦ ਸੌਖੇ ਸ਼ਬਦਾਂ ਦੇ ਵਿੱਚ ਵੀ ਕੰਜੰਕਸ਼ਨ ਦਾ ਕੰਮ ਕਰਦਾ ਹੈ। ਗੁਰਬਾਣੀ ਵਿਆਕਰਨ ਅਨੁਸਾਰ ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰ ਰਿਹਾ ਅਤੇ ਸ਼ਬਦ। ਰਾਤੀ ਅਤੇ ਡੇ, ਨਾਨਕ ਪ੍ਰੇਮ ਸਮਾਇਆ। ਇੱਥੇ ਵੀ ਡੇ ਸ਼ਬਦ ਦਾ ਅਰਥ ਹੈ ਜੀ ਦਿਨ, ਰਾਤੀ ਅਤੇ ਦਿਨ। ਠੀਕ ਹੈ ਜੀ। ਅਤੇ ਸ਼ਬਦ ਨੇ ਕੀ ਕਰ ਦਿੱਤਾ, ਦੋਹਾਂ ਨੂੰ, ਦਿਨ ਤੇ ਰਾਤ ਨੂੰ ਜਿਹੜਾ ਵਾ ਆਪਸ ਵਿੱਚ ਜੋੜ ਦਿੱਤਾ ਵਾ। ਹੁਣ ਇਸ ਤੋਂ ਅੱਗੇ ਤੈ ਸ਼ਬਦ ਆ ਗਿਆ ਜੀ, ਤੈ ਸ਼ਬਦ। ਹਾਲਾਂਕਿ ਜਿਹੜੀ ਅਸੀਂ ਗੁਰਬਾਣੀ ਵਿਆਕਰਨ ਸਰਲ ਨੇਮ ਜਿਹੜੀ ਅਸੀਂ ਕਿਤਾਬ ਅਸੀਂ ਪੜ੍ਹ ਰਹੇ ਹਾਂ ਜੀ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਵੀ ਇਸ ਕਿਤਾਬ ਵਿੱਚ ਜਿਹੜਾ ਵਾ ਤੈ ਸ਼ਬਦ ਜਿਹੜਾ ਵਾ
ਉਹ ਸਾਨੂੰ ਦੋ ਤਰੀਕਿਆਂ ਦੇ ਨਾਲ ਇਹਨੂੰ ਉਚਾਰਨ ਕਰਨ ਦਾ ਜਿਹੜਾ ਵਾ ਉਹ ਸਾਨੂੰ ਢੰਗ ਦੱਸਿਆ ਹੋਇਆ ਹੈ। ਦੋ ਤਰੀਕੇ ਕਿਹੜੇ ਆ ਜੀ? ਇੱਕ ਆ ਜੀ ਬਿੰਦੀ ਦੇ ਨਾਲ, ਇੱਕ ਜਿਹੜਾ ਵਾ ਤਰੀਕਾ ਵਾ ਉਹ ਬਿੰਦੀ ਤੋਂ ਰਹਿਤ। ਜਿਹੜਾ ਤੈ ਸ਼ਬਦ ਆ ਬਿੰਦੀ ਦੇ ਨਾਲ ਵੀ ਉਚਾਰਨ ਹੁੰਦਾ ਹੈ, ਤੇ ਤੈ ਸ਼ਬਦ ਜਿਹੜਾ ਵਾ ਉਹ ਬਿੰਦੀ ਤੋਂ ਰਹਿਤ ਵੀ ਉਚਾਰਨ ਹੁੰਦਾ। ਰਹਿਤ ਕਿਹੜੀ ਜਗ੍ਹਾ ਦੇ ਉੱਤੇ ਰਹਿਤ ਬਿੰਦੀ ਤੋਂ ਉਚਾਰਨ ਹੋਣਾ ਹੈ, ਤੇ ਕਿਹੜੀ ਜਗ੍ਹਾ ਦੇ ਉੱਤੇ ਤੈ ਸ਼ਬਦ ਦੇ ਨਾਲ ਬਿੰਦੀ ਲੱਗਣੀ ਆ, ਆਪਾਂ ਇਸ ਗੱਲ ਨੂੰ ਵੀ ਸਮਝਣਾ ਵਾ, ਇਹਨੂੰ ਵੀ ਥੋੜਾ ਖਿਆਲ ਚ ਰੱਖਿਓ। ਦੇਖੋ, ਜਦੋਂ ਤੈ ਸ਼ਬਦ ਜਿਹੜਾ ਵਾ ਉਹ ਕੰਜੈਕਸ਼ਨ ਦੇ ਰੂਪ ਵਿੱਚ ਆਏਗਾ ਜੀ, ਜਾਂ ਫਿਰ ਕੰਜੈਕਸ਼ਨ ਦਾ ਅਰਥ ਜੀ ਯੋਜਕ, ਜਾਂ ਫਿਰ ਤੈ ਸ਼ਬਦ ਜਿਹੜਾ ਵਾ ਉਹ ਪੜਨਾਮਵਾਚੀ ਸ਼ਬਦਾਂ ਦੇ ਵਿੱਚ ਆਏਗਾ। ਤੈ ਸ਼ਬਦ ਜਦੋਂ ਯੋਜਕ ਦੇ ਸ਼ਬਦ ਵਿੱਚ ਆਏਗਾ ਉਦੋਂ ਇਹ ਬਿੰਦੀ ਰਹਿਤ ਉਚਾਰਨ ਹੋਏਗਾ। ਜਦੋਂ ਤੈ ਸ਼ਬਦ ਜਿਹੜਾ ਵਾ ਪੜਨਾਮਵਾਚੀ ਸ਼ਬਦਾਂ ਵਿੱਚ ਆਏਗਾ, ਪੜਨਾਮ ਸ਼ਬਦ ਦਾ ਮੇਰੇ ਖਿਆਲ ਸੇ ਤੁਹਾਨੂੰ मीनिंग पता होगा जी। ਜਿਹੜਾ ਪੜਨਾਮ ਸ਼ਬਦ ਆ, ਪੜਨਾਮਵਾਚੀ ਸ਼ਬਦ ਉਹਨਾਂ ਸ਼ਬਦਾਂ ਨੂੰ ਜਿਹੜਾ ਵਾ ਕਿਹਾ ਜਾਂਦਾ ਵਾ ਜੀ, ਜਿਹੜੇ ਸ਼ਬਦ ਨਾਉਨ ਦੀ ਜਗ੍ਹਾ ਵਰਤੇ ਜਾਂਦੇ ਆ ਉਹਨਾਂ ਨੂੰ ਅਸੀਂ ਪੜਨਾਮਵਾਚੀ ਸ਼ਬਦ ਕਹਿੰਦੇ ਆ। ਤੋਂ ਜਦੋਂ ਤੈ ਸ਼ਬਦ ਪੜਨਾਵੀ ਸ਼ਬਦਾਂ ਦੇ ਰੂਪ ਵਿੱਚ ਆਉਂਦਾ ਵਾ ਜੀ, ਪੜਨਾਵੀ ਸ਼ਬਦਾਂ ਦੇ ਅਰਥਾਂ ਦੇ ਰੂਪ ਵਿੱਚ ਆਉਂਦਾ ਵਾ, ਇਹਨੂੰ ਸਮਝ ਲਓ ਜੀ ਧਿਆਨ ਨਾਲ। ਉਦੋਂ ਤੈ ਸ਼ਬਦ ਜਿਹੜਾ ਵਾ ਬਿੰਦੀ ਲਗਾ ਕੇ ਉਚਾਰਨ ਹੋਣਾ ਵਾ। ਜਦੋਂ ਤੈ ਸ਼ਬਦ ਪੜਨਾਵੀ ਸ਼ਬਦਾਂ ਦੇ ਅਰਥਾਂ ਵਿੱਚ ਨਹੀਂ ਆਉਂਦਾ, ਤੇ ਉਦੋਂ ਜਿਹੜਾ ਤੈ ਸ਼ਬਦ ਆ, ਇਹ ਜਿਹੜਾ ਸ਼ਬਦ ਆ ਬਿੰਦੀ ਤੋਂ ਰਹਿਤ ਉਚਾਰਨ ਹੁੰਦਾ ਵਾ। ਮੈਂ ਇੱਕ ਉਦਾਹਰਣ ਜਿਹੜੀ ਆ ਉਹ ਆਪਾਂ ਇੱਥੇ ਵਿਚਾਰ ਲੈਂਦੇ ਆ ਜੀ। ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਸਕਰੀਨ ਦੇ ਉੱਤੇ ਜਿਹੜਾ ਵਾ ਤੈ ਸ਼ਬਦ ਜਿਹੜਾ ਵਾ, ਹੁਣ ਇਹ ਜਦੋਂ ਯੋਜਕ ਦੇ ਅਰਥਾਂ ਦੇ ਵਿੱਚ ਆਇਆ ਹੋਇਆ, ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਵਾ ਗੁਰਬਾਣੀ ਵਿੱਚ ਇਹ ਯੋਜਕ ਸ਼ਬਦ ਜਿਹੜਾ ਤੈ ਸ਼ਬਦ 33 ਵਾਰ ਦਰਜ ਹੈ, 33 ਵਾਰ। ਹੁਣ ਇੱਥੇ ਜਿੰਨੀ ਵੀ ਵਾਰ ਅਸੀਂ ਤੈ ਸ਼ਬਦ ਉਚਾਰਨ ਕਰਨਾ ਵਾ, ਬਿੰਦੀ ਤੋਂ ਰਹਿਤ ਉਚਾਰਨ ਕਰਨਾ ਵਾ। ਹੁਣ ਸ਼ਾਇਦ ਤੁਸੀਂ ਧਿਆਨ ਦਿੱਤਾ ਹੋਵੇਗਾ ਪਿਛਲੀ ਦਫਾ ਨਾ ਜੀ, ਜਦੋਂ ਆਪਾਂ ਕੈ ਸ਼ਬਦ ਬਾਰੇ ਵਿਚਾਰ ਕਰ ਰਹੇ ਸੀ, ਤੇ ਇੱਕ ਮੈਸੇਜ ਜਿਹੜਾ ਸੀ ਉਹ ਆਇਆ ਸੀ ਇੱਥੇ ਜ਼ੂਮ ਦੇ ਉੱਤੇ, ਤੇ ਮੈਂ ਉਹ ਬਾਅਦ ਵਿੱਚ ਖਿਆਲ ਕੀਤਾ। ਉਸ ਵਿੱਚ ਇੱਕ ਸਵਾਲ ਜਿਹੜਾ ਸੀ ਉਹ ਪੁੱਟ ਕੀਤਾ ਗਿਆ ਸੀ, ਕੁਐਸਚਨ ਪੁੱਟ ਕੀਤਾ ਗਿਆ ਸੀ, ਜਿਹੜਾ ਕੈ ਸ਼ਬਦ ਆ ਉਹ ਜਿਹੜਾ ਵਾ ਬਿੰਦੀ ਦੇ ਨਾਲ ਉਚਾਰਨ ਹੋਣਾ ਚਾਹੀਦਾ। ਪਰ ਮੈਂ ਇਹ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨਾ ਚਾਹੁੰਦਾ ਵੀ ਜਿਹੜਾ ਕੈ ਸ਼ਬਦ ਆ ਉਹ ਬਿੰਦੀ ਦੇ ਨਾਲ ਉਚਾਰਨ ਨਹੀਂ ਹੋ ਸਕਦਾ। ਹੁਣ ਆਪਾਂ ਸ਼ਬਦ ਪੜਿਆ ਜੀ, ਕਰਤੇ ਕੀ ਮਿਤ ਕਰਤਾ ਜਾਣੈ। ਹੁਣ ਅੱਗੇ ਕੈ ਸ਼ਬਦ ਨੂੰ ਜੇ ਅਸੀਂ ਬਿੰਦੀ ਦੇ ਨਾਲ ਉਚਾਰਨ ਕਰਾਂਗੇ ਫਿਰ ਉਹ ਬਣ ਜਾਏਗਾ ਕੈ, ਕੈ ਜਾਣੇ ਗੁਸੂਰਾ, ਨਾਸਕ ਉਚਾਰਨ ਹੋ ਜਾਏਗਾ ਜੇ ਬਿੰਦੀ ਲੱਗ ਜਾਏਗੀ। ਕੈ ਬੰਧੈ, ਕੈ ਡਾਨ ਲੈ, ਕੈ ਨਰਪਤ ਮਰ ਜਾਇਆ। ਕੈ ਸ਼ਬਦ ਜਿਹੜਾ ਵਾ ਉਹ ਬਿੰਦੀ ਦੇ ਨਾਲ ਉਚਾਰਨ ਨਹੀਂ ਹੋਏਗਾ, ਪਰ ਜਿਹੜਾ ਤੈ ਸ਼ਬਦ ਆ ਇਹ ਬਿੰਦੀ ਦੇ ਨਾਲ ਜ਼ਰੂਰ ਉਚਾਰਨ ਹੁੰਦਾ ਵਾ। ਕੈ ਸ਼ਬਦ ਵਿੱਚ ਤੇ ਤੈ ਸ਼ਬਦ ਦੇ ਵਿੱਚ ਉਚਾਰਨ ਵਿੱਚ ਸਾਧ ਸੰਗਤ ਫਰਕ ਆ, ਪਰ ਜਿਹੜਾ ਅਰਥ ਨੇ, ਅਰਥਾਂ ਦੇ ਵਿੱਚ ਜਿਹੜਾ ਵਾ ਆਪਾਂ ਕਹਿ ਸਕਦੇ ਹਾਂ ਵੀ ਉਹ ਬਹੁਤ ਜਗ੍ਹਾ ਦੇ ਉੱਤੇ ਸਿਮਿਲਰ ਆਉਂਦੇ ਆ। ਤੈ ਸ਼ਬਦ ਵੀ ਯੋਜਕ ਦੇ ਰੂਪ ਵਿੱਚ ਆਉਂਦਾ ਹੈ, ਕੈ ਸ਼ਬਦ ਵੀ ਯੋਜਕ ਦੇ ਰੂਪ ਵਿੱਚ ਆਉਂਦਾ ਹੈ। ਤੈ ਸ਼ਬਦ ਵੀ ਪੜਨਾਵੀ ਵਿਸ਼ੇਸ਼ਣ ਦੇ ਰੂਪ ਵਿੱਚ ਆਉਂਦਾ ਹੈ, ਤੇ ਕੈ ਸ਼ਬਦ ਵੀ ਜਿਹੜਾ ਵਾ ਉਹ ਵੀ ਪੜਨਾਵੀ ਵਿਸ਼ੇਸ਼ਣ ਦੇ ਰੂਪ ਵਿੱਚ ਆਉਂਦਾ ਹੈ। ਪਰ ਜਦੋਂ ਉਚਾਰਨ ਕਰਨਾ ਤੈ ਦੇ ਨਾਲ ਬਿੰਦੀ ਲੱਗ ਸਕਦੀ ਆ ਤੇ ਬਿੰਦੀ ਲਗਾਉਣੀ ਵੀ ਆ, ਪਰ ਕੈ ਸ਼ਬਦ ਦੇ ਨਾਲ ਬਿੰਦੀ ਦਾ ਉਚਾਰਨ ਨਹੀਂ ਅਸੀਂ ਕਰ ਸਕਦੇ, ਕਿਉਂਕਿ ਉਹ ਜਿਹੜਾ ਉਚਾਰਨ ਜਿਹੜਾ ਵਾ ਉਹ ਪ੍ਰਕਰਨ ਅਤੇ ਪੰਕਤੀ ਦੇ ਵਿੱਚ ਫਿੱਟ ਬੈਠਦਾ ਹੀ ਨਹੀਂ ਆ। ਕੈ ਜਿਵੇਂ ਆਪਾਂ ਪੜ੍ਹਦੇ ਹਾਂ ਜੀ, ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਹੁਣ ਇੱਥੇ ਤੁਸੀਂ ਬਿੰਦੀ ਲਾ ਦਿਓ ਜੀ, ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਕੈ ਬਿੰਦੀ ਦੇ ਨਾਲ ਉਚਾਰਨ ਇੱਥੇ ਪੰਕਤੀ ਦੇ ਪ੍ਰਕਰਨ ਅਨੁਸਾਰ ਜਿਹੜਾ ਵਾ ਉਹ ਫਿੱਟ ਨਹੀਂ ਬੈਠਦਾ। ਸੋ ਇਸ ਗੱਲ ਨੂੰ ਸਮਝੋ ਵੀ ਹਰ ਜਗ੍ਹਾ ਦੇ ਉੱਤੇ ਜਿਹੜਾ ਵਾ ਅਸੀਂ ਬਿੰਦੀ ਦਾ ਪ੍ਰਯੋਗ ਜਿਹੜਾ ਵਾ ਉਹ ਨਹੀਂ ਕਰ ਸਕਦੇ। ਹਾਂ, ਜਿੱਥੇ ਗੁਰਬਾਣੀ ਵਿਆਕਰਣ ਸਾਨੂੰ ਦੱਸਦੀ ਆ, ਸਮਝਾਉਂਦੀ ਆ ਵੀ ਇਹਨਾਂ ਸ਼ਬਦਾਂ ਦੇ ਨਾਲ ਬਿੰਦੀ ਲਗਾਉਣੀ ਆ, ਹਾਂ ਉਹਨਾਂ ਸ਼ਬਦਾਂ ਨਾਲ ਅਸੀਂ ਜਿਹੜਾ ਵਾ ਬਿੰਦੀ ਦਾ ਉਪਯੋਗ ਜਿਹੜਾ ਵਾ ਉਹ ਜ਼ਰੂਰ ਕਰਨਾ ਵਾ। ਜ਼ਿਆਦਾਤਰ ਬਹੁਵਚਨ ਵਾਲੇ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਦੇ ਨਾਲ ਜਿਹੜਾ ਵਾ ਅਸੀਂ ਬਿੰਦੀ ਲਗਾ ਕੇ ਜਿਹੜਾ ਵਾ ਉਹ ਉਚਾਰਨ ਕਰਦੇ ਆ, ਚਾਹੇ ਉਹ ਕਿਰਿਆਵਾਚੀ ਸ਼ਬਦ ਆ, ਚਾਹੇ ਉਹ ਜਿਹੜੇ ਆ ਨਾਉਣ ਵਾਲੇ ਸ਼ਬਦ ਆ। ਜਦੋਂ ਉੱਥੇ ਬਿੰਦੀ ਲਗਾਵਾਂਗੇ ਤੇ ਉਹ ਜਿਹੜੇ ਸ਼ਬਦ ਨੇ ਪ੍ਰੋਪਰ ਉਹਨਾਂ ਦਾ ਉਚਾਰਨ ਵੀ ਰਹੇਗਾ ਤੇ ਅਰਥ ਵੀ ਰਹੇਗਾ। ਜਿਵੇਂ ਵਡਿਆਈਆਂ,
ਆਪਾਂ ਪੜ੍ਹਦੇ ਹਾਂ ਵੀ ਗੁਰਸਿੱਖਾਂ ਇੱਕੋ ਪਿਆਰ, ਗੁਰਮਿਤਾਂ ਪੁੱਤਾਂ ਭਾਈਆਂ, ਉਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜਾ ਵਾ ਗੁਰਸਿੱਖਾਂ ਇੱਕੋ ਪਿਆਰ, ਗੁਰਮਿਤਾਂ ਪੁੱਤਾਂ ਭਾਈਆਂ, ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਮਿੱਤਾਂ, ਗੁਰਸਿੱਖਾਂ ਪੁੱਤਾਂ ਭਾਈਆਂ, ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜਾ ਵਾ ਉਹ ਬਿੰਦੀ ਦਾ ਉਚਾਰਨ ਹੋਏਗਾ, ਕਿਉਂਕਿ ਸਾਰੇ ਦੇ ਸਾਰੇ ਜਿਹੜੇ ਸ਼ਬਦ ਆ ਇਹ ਬਹੁਵਚਨ ਆ। ਤੋਂ ਹਰ ਜਗ੍ਹਾ ਦੇ ਉੱਤੇ ਬਿੰਦੀ ਜਿਹੜੀ ਆ ਉਹ ਫਿੱਟ ਨਹੀਂ ਬੈਠਦੀ, ਪਰ ਜਦੋਂ ਬਿੰਦੀ ਜਿਨ੍ਹਾਂ ਸ਼ਬਦਾਂ ਦੇ ਵਿੱਚ ਬਿੰਦੀ ਫਿੱਟ ਬੈਠਦੀ ਆ ਗੁਰਬਾਣੀ ਵਿਆਕਰਣ ਅਨੁਸਾਰ, ਉਹਨਾਂ ਦੇ ਨਾਲ ਸਾਨੂੰ ਜ਼ਰੂਰ ਉਚਾਰਨ ਕਰਨਾ ਚਾਹੀਦਾ ਵਾ। ਸੋ ਖੈਰ, ਆਓ ਆਪਾਂ ਅਗਲੀ ਗੱਲ ਕਰੀਏ। ਜਿਹੜਾ ਤੈ ਸ਼ਬਦ ਆ, ਤੈ ਸ਼ਬਦ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਵੀ 33 ਵਾਰ ਜਿਹੜਾ ਵਾ ਇਹ ਯੋਜਕ ਦੇ ਅਰਥਾਂ ਵਿੱਚ ਆਇਆ ਵਾ। ਹੁਣ 33 ਵਾਰ ਹਰ ਇੱਕ ਸ਼ਬਦ ਵਿੱਚ ਜਿਹੜਾ ਤੈ ਸ਼ਬਦ ਆ ਉਹ ਬਿੰਦੀ ਤੋਂ ਰਹਿਤ ਉਚਾਰਨ ਹੋਣਾ ਹੈ, ਕਿਉਂਕਿ ਯੋਜਕ ਦੇ ਅਰਥਾਂ ਵਿੱਚ ਆਇਆ। ਜੇ ਇਹ ਜਿਹੜਾ ਤੈ ਸ਼ਬਦ ਆ ਪੜਨਾਵੀ ਹੁੰਦਾ ਵਾ, ਪੜਨਾਮਵਾਚੀ ਦੇ ਰੂਪ ਵਿੱਚ ਹੁੰਦਾ, ਤੇ ਇੱਥੇ ਤੈ ਦੇ ਨਾਲ ਅਸੀਂ ਬਿੰਦੀ ਲਗਾ ਕੇ ਉਚਾਰਨ ਕਰਨਾ ਸੀ। ਉਹ ਆਪਾਂ ਅੱਗੇ ਦੇਖਦੇ ਹਾਂ ਜੀ। ਪਹਿਲਾਂ ਆਪਾਂ ਇਹਨੂੰ ਸਮਝੀਏ ਜੀ। ਤੁਸੀਂ ਤੇ ਪ੍ਰਮਾਣ ਪੜੋ ਜੀ। ਆਖੇ ਗੋਪੀ ਤੈ ਗੋਬਿੰਦ, ਆਖੇ ਗੋਪੀ ਤੈ ਗੋਬਿੰਦ। ਤੈ ਦਾ ਇੱਥੇ ਅਰਥ ਆ ਜੀ ਅਤੇ। ਜਿਵੇਂ ਆਪਾਂ ਅਤੇ ਸ਼ਬਦ ਦੇ ਬਾਰੇ ਆਪਾਂ ਪਹਿਲਾਂ ਵਿਚਾਰ ਕੀਤੀ, ਇੱਥੇ ਵੀ ਉਹੀ ਆ ਜੀ। ਗੋਪੀ ਤੇ ਜਿਹੜਾ ਗੋਬਿੰਦ ਸ਼ਬਦ ਆ, ਇਹਨਾਂ ਦੋਹਾਂ ਸ਼ਬਦਾਂ ਨੂੰ ਤੈ ਸ਼ਬਦ ਨੇ ਆਪਸ ਵਿੱਚ ਕਨੈਕਟ ਕਰ ਦਿੱਤਾ ਵਾ ਜੀ, ਜੋੜ ਦਿੱਤਾ ਵਾ। ਇਸ ਵਾਸਤੇ ਗੁਰੂ ਸਾਹਿਬ ਇੱਥੇ ਫਰਮਾ ਰਹੇ ਆ ਜੀ, ਆਖੇ ਗੋਪੀ ਤੈ ਗੋਬਿੰਦ, ਰਾਈਟ। ਇਸ ਤੋਂ ਅੱਗੇ ਆ ਜੀ, ਜੇਤਾ ਉਡੈ ਦੁੱਖ ਘਣੇ ਨਿਤ ਦਾਜੈ ਤੈ ਬਿਲ ਲਾਹੇ। ਇੱਥੇ ਜਿਹੜਾ ਦਾਜੈ ਸ਼ਬਦ ਆ, ਬਿਲ ਲਾਹੇ ਸ਼ਬਦ ਆ, ਇਹ ਦੋਹਾਂ ਸ਼ਬਦਾਂ ਨੂੰ ਆਪਸ ਵਿੱਚ ਤੈ ਸ਼ਬਦ ਨੇ ਜਿਹੜਾ ਵਾ ਉਹ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਹੈ। ਦਾਜੈ ਅਤੇ ਦਾਜੈ ਤੈ ਬਿਲ ਲਾਹੇ। ਇਸ ਤੋਂ ਅੱਗੇ ਆ ਜੀ, ਕਾਟੀਐ ਤੈ ਨਿਤ ਜਾਲੀਐ। ਕਾਟੀਐ ਸ਼ਬਦ ਅਤੇ ਨਿਤ ਜਾਲੀਐ ਸ਼ਬਦ, ਇਹਨਾਂ ਦੋਹਾਂ ਵਾਕਾਂ ਨੂੰ, ਦੋਹਾਂ ਸ਼ਬਦਾਂ ਨੂੰ ਤੈ ਸ਼ਬਦ ਨੇ ਜਿਹੜਾ ਆਪਸ ਵਿੱਚ ਕਨੈਕਟ ਕਰ ਦਿੱਤਾ। ਜਦੋਂ ਇਹਦਾ ਅਰਥ ਕਰਾਂਗੇ, ਇਹਦਾ ਅਰਥ ਬਣੇਗਾ ਵੀ ਉਹ ਕੱਟਿਆ ਵੀ ਜਾਂਦਾ ਤੇ ਉਹ ਜਾਲਿਆ ਵੀ ਜਾਂਦਾ ਹੈ। ਇਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਆ, ਮੇਰੇ ਖਿਆਲ ਸੇ ਨਹੀਂ, ਹਾਂ, ਤੈ ਸ਼ਬਦ ਦਾ ਇੱਥੇ ਜਿਹੜਾ ਵਾ ਅਤੇ ਹੀ ਉਚਾਰਨ, ਅਤੇ ਹੀ ਅਰਥ ਬਣੇਗਾ ਜੀ। ਕੱਟਿਆ ਵੀ ਜਾਂਦਾ ਤੇ ਨਿਤ ਜਾਲੀਆਂ ਜਾਲਿਆ ਵੀ ਜਾਂਦਾ। ਇਸ ਤੋਂ ਅੱਗੇ ਆ ਜੀ, ਆਪ ਸੁਣੈ ਤੈ ਆਪੇ ਵੇਖੈ। ਆਪ ਸੁਣੈ ਤੈ ਆਪੇ ਵੇਖੈ। ਤੈ ਸ਼ਬਦ ਇਹਨੇ ਆਪ ਸੁਣੈ ਤੇ ਆਪੇ ਵੇਖੈ ਨੂੰ ਜਿਹੜਾ ਵਾ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਜੀ। ਤੋਂ ਇੱਥੇ ਤੈ ਸ਼ਬਦ ਦਾ ਅਰਥ ਬਣੇਗਾ ਜੀ ਅਤੇ। ਹੁਣ ਜੇ ਇੱਥੇ ਤੁਸੀਂ ਇੱਕ ਮਿੰਟ ਵਾਸਤੇ ਸੋਚੋ ਵੀ ਇੱਥੇ ਜੇ ਆਪਾਂ ਬਿੰਦੀ ਲਾਉਂਦੇ ਆ, ਆਪ ਸੁਣੈ ਤੈ ਆਪੇ ਵੇਖੈ, ਫਿਰ ਇੱਥੇ ਜਿਹੜਾ ਵਾ ਬਿੰਦੀ ਦੇ ਨਾਲ ਇਹਦਾ ਉਚਾਰਨ ਨਹੀਂ ਬਣਦਾ। ਆਪਾਂ ਜਾਣੀ ਕਿ ਕਹਿਣ ਤੋਂ ਭਾਵ ਵੀ ਫਿੱਟ ਨਹੀਂ ਬੈਠਦੀ ਪਈ। ਤੈ ਸ਼ਬਦ ਜਿਹੜਾ ਵਾ, ਤੈ ਜਿਹੜਾ ਵਾ ਇਹ ਇੱਥੇ ਅਰਥ ਫਿਰ ਆ ਜਾਏਗਾ ਤੂੰ ਆਪੇ ਸੁਣਦਾ ਤੇ ਆਪੇ ਵੇਖਦਾ। ਪਰ ਨਹੀਂ, ਇੱਥੇ ਆਪ ਸੁਣੈ ਤੈ ਆਪੇ ਵੇਖੈ। ਆਪ ਸੁਣਦਾ ਅਤੇ ਆਪੇ ਹੀ ਵੇਖਦਾ। ਰੱਬ ਪਰਮਾਤਮਾ ਦੀ ਗੱਲ ਹੋ ਰਹੀ ਹੈ ਜੀ, ਪਰਮੇਸ਼ਵਰ ਦੀ ਗੱਲ। ਆਪ ਕਰੇ ਤੈ ਆਪ ਕਰਾਏ, ਆਪ ਕਰਦਾ ਤੇ ਆਪ ਹੀ ਕਰੂੰਦਾ। ਅਤੇ ਸ਼ਬਦ ਇੱਥੇ ਅਤੇ ਦਾ ਜਿਹੜਾ ਵਾ ਅਰਥ ਬਣ ਰਿਹਾ ਵਾ, ਕੰਜਕਸ਼ਨ ਦਾ ਅਰਥ ਬਣ ਰਿਹਾ, ਯੋਜਕ ਦਾ ਅਰਥ ਬਣ ਰਿਹਾ। ਹਰ ਤੁਧੈ ਸੇਵੀ ਤੈ ਤੁਧ ਸਾਹ ਲਾਹੀ। ਇੱਥੇ ਵੀ ਤੁਧੈ ਸੇਵੀ ਤੇ ਤੁਧ ਸਾਹ ਲਾਹੀ, ਇਹਨਾਂ ਦੋ ਸ਼ਬਦਾਂ ਨੂੰ ਤੈ ਸ਼ਬਦ ਨੇ ਜਿਹੜਾ ਵਾ ਆਪਸ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ। ਇਹ ਯੋਜਕ ਦਾ ਕੰਮ ਕਰ ਰਿਹਾ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਕੂੜ ਲਿਖੈ ਤੈ ਕੂੜ ਕਮਾਵੈ, ਕੂੜ ਕਮਾਵੈ ਤੇ ਕੂੜ ਲਿਖੈ, ਇਹਨਾਂ ਦੋਹਾਂ ਵਾਕਾਂ ਨੂੰ ਜਿਹੜਾ ਵਾ ਤੈ ਸ਼ਬਦ ਨੇ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ। ਸਿੰਪਲ ਜੀ ਗੱਲ ਹੈ ਜੀ। ਯੋਜਕ ਦਾ ਇੱਥੇ ਜਿਹੜਾ ਵਾ ਇਹ ਅਰਥ ਕਰ ਰਿਹਾ, ਹਉ ਹਉ ਕਰੇ ਤੈ ਆਪ ਜਣਾਏ। ਇੱਥੇ ਵੀ ਆਪ ਜਣਾਏ ਤੇ ਹਉ ਹਉ ਕਰੇ, ਇਹਨਾਂ ਦੋਹਾਂ ਵਾਕਾਂ ਨੂੰ ਆਪਸ ਵਿੱਚ ਜਿਹੜਾ ਵਾ ਉਹ ਕਨੈਕਟ ਕਰ ਦਿੱਤਾ ਬਈ। ਹੰਕਾਰ ਕਰਦਾ ਤੇ ਆਪਣੇ ਆਪ ਨੂੰ ਵੱਡਾ ਸਮਝਦਾ। ਆਪ ਉਪਾਏ ਤੈ ਆਪੇ ਵੇਖੈ, ਆਪ ਹੀ ਪੈਦਾ ਕਰਦਾ, ਆਪ ਹੀ ਸੰਭਾਲ ਕਰਦਾ। ਤੇ ਜਿਹੜਾ ਸ਼ਬਦ ਆ, ਤੈ ਜਿਹੜਾ ਸ਼ਬਦ ਆ, ਉਹਨੇ ਤੇ ਜਾਂ ਅਤੇ ਇਹਨਾਂ ਦੋਹਾਂ ਵਾਕਾਂ
ਦਾ ਇੱਥੇ ਅਰਥ ਕੀਤਾ ਵਾ। ਤੇ ਆਪ ਉਪਾਏ ਤੇ ਆਪੇ ਵੇਖੇ, ਨਾ ਦੋਹਾਂ ਵਾਕਾਂ ਨੂੰ, ਦੋਹਾਂ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ ਜੀ। ਵੇਖ ਜੇ ਮਿੱਠਾ ਕੱਟਿਆ, ਕਾਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ, ਦੇਨ ਸੋ ਮਲ ਸਜਾਏ, ਰਸ ਕਸ ਟਟਰ ਪਾਈਐ, ਤਪੈ ਤੈ ਵਿਲ ਲਾਏ। ਤਪੈ ਤਪਦਾ ਹੈ, ਵਿਲ ਲਾਏ ਵਿਲਕਦਾ ਹੈ। ਤਪੈ ਤੈ ਵਿਲ ਲਾਏ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਆਪਸ ਵਿੱਚ ਤੁਸੀਂ ਦੇਖ ਸਕਦੇ ਹੋ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਵਾ। ਤੋ ਤੈ ਸ਼ਬਦ ਜਿਹੜਾ ਵਾ ਇੱਥੇ ਜਿਹੜਾ ਵਾ ਉਹ ਯੋਜਕ ਦਾ ਅਰਥ ਕਰ ਰਿਹਾ ਜੀ। ਤੇ ਯੋਜਕ ਦਾ ਅਰਥ ਦੇ ਰੂਪ ਵਿੱਚ ਹੋਏਗਾ ਅਤੇ ਤੇ ਇਹਨਾਂ ਦੋ ਅਰਥਾਂ ਦੇ ਵਿੱਚ। ਮੈਂ ਉਮੀਦ ਕਰਦਾ ਜੀ ਆਪ ਜੀ ਨੂੰ ਜਿਹੜੀ ਆ ਉਹ ਵਿਚਾਰ ਜ਼ਰੂਰ ਸਮਝ ਵਿੱਚ ਲੱਗ ਰਹੀ ਹੋਵੇਗੀ। ਜੀਆਂ ਮਾਰ ਜਿਵਾਲੇ ਸੋਈ, ਅਵਰ ਨਾ ਕੋਈ ਰੱਖੈ, ਦਾਨੋ ਤੈ ਇਸ਼ਨਾਨੋ ਵੰਜੇ, ਭਸ ਪਈ ਸਿਰ ਖੁੱਟੈ। ਦਾਨੋ ਸ਼ਬਦ ਤੇ ਇਸ਼ਨਾਨੋ ਸ਼ਬਦ, ਇਸ਼ਨਾਨੋ ਸਸੇਦਾਰ ਵਿਧੀ ਨਾਲ ਲਗਾ ਕੇ ਉਚਾਰਨ ਕਰਾਂਗੇ, ਇਸ਼ਨਾਨੋ। ਦਾਨੋ ਤੈ ਇਸ਼ਨਾਨੋ, ਇਹ ਜਿਹੜਾ ਇਸ਼ਨਾਨ ਸ਼ਬਦ ਆ ਜੀ, ਇਹ ਪੰਜਾਬੀ ਦਾ ਸ਼ਬਦ ਆ। ਸਾਡੀ ਆਪਣੀ ਬੋਲੀ ਦਾ ਵਾ ਸੰਸਕ੍ਰਿਤ ਵਿੱਚ ਜਿਹੜਾ ਵਾ ਸ਼ਬਦ ਹੁੰਦਾ ਸਨਾਨ, ਉਹ ਸਨਾਨ ਹੁੰਦਾ ਜੀ, ਅੱਧੇ ਸੱਸੇ ਨਾਲ ਸਨਾਨ। ਪਰ ਇਸ਼ਨਾਨ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਸਾਡੀ ਆਪਣੀ ਪੰਜਾਬੀ ਬੋਲੀ ਦਾ ਸ਼ਬਦ ਆ। ਦਾਨੋ ਸ਼ਬਦ ਤੇ ਇਸ਼ਨਾਨੋ ਸ਼ਬਦ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਤੈ ਸ਼ਬਦ ਨੇ ਜਿਹੜਾ ਵਾ ਆਪਸ ਵਿੱਚ ਜਿਹੜਾ ਵਾ ਉਹ ਜੋੜ ਦਿੱਤਾ ਵਾ। ਤੁਸੀਂ ਅਰਥ ਵੀ ਪੜ੍ਹ ਸਕਦੇ ਹੋ ਵੀ ਜੀਵਾਂ ਨੂੰ ਮਾਰਨ ਤੇ ਜਿਉਂਦੇ ਰੱਖਣ ਵਾਲਾ ਉਹੀ ਰੱਬ ਹੈ, ਪਰ ਸਰੇਵੜੇ ਪਾਣੀ ਦੇ ਪ੍ਰਯੋਗ ਨਾਲ ਤੇ ਕਿਰਤ ਰਾਹੀਂ ਹੋਣ ਵਾਲੀ ਜੀਵ ਹੱਤਿਆ ਦੇ ਡਰ ਕਾਰਨ ਨਹਾਉਂਦੇ ਨਹੀਂ, ਤੇ ਕਮਾਈ ਨਾ ਕਾਰਨ ਦਾਨ ਕਿਸੇ ਦੀ ਮਦਦ ਵੀ ਨਹੀਂ ਕਰ ਸਕਦੇ, ਤੇ ਸਿਰ ਤੇ ਸੁਆਹ ਪਈ ਹੋਣ ਕਾਰਨ ਕੇਵਲ ਖੁਜਲੀ ਕਰਦੇ ਰਹਿੰਦੇ। ਦਾਨੋ ਤੈ ਇਸ਼ਨਾਨੋ, ਦਾਨੋ ਦਾ ਭਾਵ ਦਾਨ, ਇਸ਼ਨਾਨੋ ਦਾ ਭਾਵ ਇਸ਼ਨਾਨ ਕਰਨਾ। ਕਥਨੀ ਕਰੇ ਤੈ ਮਾਇਆ ਨਾਲ ਲੂਝੈ, ਇੱਥੇ ਜੀ ਮਾਇਆ ਨਾਲ ਲੂਝੈ ਇਹ ਜਿਹੜਾ ਸ਼ਬਦ ਤੇ ਕਥਨੀ ਕਰੇ, ਇਹਨਾਂ ਨੂੰ ਕਨੈਕਟ ਕੀਤਾ ਵਾ ਜੀ ਤੈ ਸ਼ਬਦ ਨੇ, ਯੋਜਕ। ਇੱਥੇ ਤੈ ਸ਼ਬਦ ਦਾ ਜਿਹੜਾ ਅਰਥ ਆ ਉਹ ਅਤੇ ਤੇ ਦੇ ਅਰਥਾਂ ਵਿੱਚ ਆਵੇਗਾ ਜੀ। ਆਪ ਕਰੇ ਤੈ, ਆਪ ਕਰਾਏ, ਆਪ ਹੀ ਕਰਦਾ ਆਪ ਹੀ ਕਰੂੰਦਾ। ਇਹ ਵਾਕ ਜਿਹੜਾ ਵਾ ਆਪਾਂ ਇੱਕ ਵਾਰੀ ਪਹਿਲਾਂ ਵੀ ਪੜ੍ਹਿਆ ਸੀ। ਇਸ ਤੋਂ ਅੱਗੇ ਆ ਜੀ, ਚੋਰਾਂ ਜਾਰਾਂ ਤੈ ਕੂੜਿਆਰਾਂ, ਖਾ ਰਾਬਾ ਵੇਕਾਰ। ਚੋਰਾਂ ਜਾਰਾਂ ਤੈ ਕੂੜਿਆਰਾਂ, ਇਹਨਾਂ ਤਿੰਨ ਸ਼ਬਦਾਂ ਨੂੰ ਜਿਹੜਾ ਵਾ ਤੈ ਸ਼ਬਦ ਨੇ ਆਪਸ ਵਿੱਚ ਕੀ ਕਰ ਦਿੱਤਾ ਜੀ, ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਵਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ। ਜਪ ਮਾਲੀ ਸ਼ਬਦ ਤੇ ਧੋਤੀ ਟਿੱਕਾ, ਇਹਨਾਂ ਤਿੰਨ ਸ਼ਬਦਾਂ ਨੂੰ ਤੈ ਸ਼ਬਦ ਨੇ ਕੀ ਕੀਤਾ ਜੀ, ਆਪਸ ਵਿੱਚ ਜੋੜ ਦਿੱਤਾ। ਯੋਜਕ ਦਾ ਇੱਥੇ ਅਰਥ ਹੈ ਜੀ ਧੋਤੀ ਟਿੱਕਾ, ਤੈ ਤੋਂ ਭਾਵੀ ਅਤੇ, ਜਾਂ ਫਿਰ ਤੇ ਆਪਾਂ ਕਹਿ ਸਕਦੇ ਜਪ ਮਾਲੀ, ਜਪ ਮਾਲੀ ਤੋਂ ਭਾਵੀ ਮਾਲਾ। ਅਵਰ ਦੂਜਾ ਕਿਉਂ ਸੇਵੀਐ, ਜੰਮੈ ਤੈ ਮਰ ਜਾਏ। ਜੰਮੈ ਸ਼ਬਦ ਤੇ ਮਰ ਜਾਏ ਸ਼ਬਦ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਤੈ ਸ਼ਬਦ ਨੇ ਕੀ ਕੀਤਾ ਜੀ, ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ। ਤੋ ਇੱਥੇ ਵੀ ਤੈ ਸ਼ਬਦ ਜਿਹੜਾ ਵਾ ਉਹ ਯੋਜਕ ਦੇ ਅਰਥਾਂ ਵਿੱਚ ਆਇਆ ਵਾ ਜੀ। ਸੋ ਤੁਸੀਂ ਦੇਖ ਸਕਦੇ ਹੋ ਵੀ 33 ਦਫਾ 33 ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤੈ ਸ਼ਬਦ ਜਿਹੜਾ ਉਹ ਵਾਰ-ਵਾਰ ਯੋਜਕ ਦੇ ਅਰਥਾਂ ਵਿੱਚ ਆ ਰਿਹਾ ਵਾ। ਵੇਦ ਪੜ੍ਹੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਇਹ ਜਿਹੜੇ ਪ੍ਰਮਾਣ ਮੈਂ ਬੇਨਤੀ ਕਰਾਂ ਵੀ ਇਸ ਵਾਸਤੇ ਇਤਨੇ ਸਾਰੇ ਪ੍ਰਮਾਣ ਸਾਂਝੇ ਕੀਤੇ ਗਏ ਆ ਜੀ, ਤਾਂ ਜੋ ਸਾਨੂੰ ਜਿਹੜਾ ਵਾ ਪੂਰੀ ਤਰ੍ਹਾਂ ਇਸ ਗੱਲ ਬਾਰੇ ਸਮਝ ਲੱਗ ਸਕੇ ਵੀ ਜਿਹੜਾ ਤੈ ਸ਼ਬਦ ਆ ਇਹ ਯੋਜਕ ਦੇ ਅਰਥਾਂ ਦੇ ਵਿੱਚ ਗੁਰਬਾਣੀ ਵਿਆਕਰਨ ਅਨੁਸਾਰ ਗੁਰਬਾਣੀ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ। ਹੁਣ ਇਹ ਜਿੰਨੇ ਵੀ ਆਪਾਂ ਪ੍ਰਮਾਣ ਆ, ਇਹ ਬਹੁਤ ਦਫਾ ਆਪਾਂ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆ। ਇਹਨਾਂ ਵਿੱਚੋਂ ਕਈ ਪ੍ਰਮਾਣ ਜਿਹੜੇ ਆਪਾਂ ਨੂੰ ਮੂੰਹ ਜ਼ੁਬਾਨੀ ਯਾਦ ਵੀ ਆ। ਵੇਦ ਪੜ੍ਹੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਜਾਂ ਫਿਰ ਅੱਗੇ ਆ ਜੀ, ਫਿਰ ਮਿਲਣ ਨਾ ਪਾਇਨੀ, ਜੰਮੈ ਤੈ ਮਰ ਜਾਹੇ। ਜੰਮੈ ਤੈ ਮਰ ਜਾਹੇ, ਇਹਨਾਂ ਦੋ ਸ਼ਬਦਾਂ ਨੂੰ ਤੈ ਸ਼ਬਦ ਨੇ ਕੀ ਕਰ ਦਿੱਤਾ ਵਾ ਜੀ, ਆਪਸ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ। ਸੋਇਨਾ ਰੂਪਾ ਰੰਗੂਲਾ ਮੋਤੀ, ਆਹ ਤੈ ਮਾਨਿਕ ਜੀਓ। ਮੋਤੀ ਸ਼ਬਦ, ਮਾਨਿਕ ਸ਼ਬਦ,
ਇਹਨਾਂ ਨੂੰ ਕੀ ਕਰ ਦਿੱਤਾ ਵਾ ਜੀ, ਆਪਸ ਵਿੱਚ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ। ਤੋਂ ਇੱਥੇ ਤੈ ਸ਼ਬਦ ਜਿਹੜਾ ਵਾ ਉਹਦਾ ਅਰਥ ਬਣੇਗਾ ਤੇ ਜਾਂ ਫਿਰ ਅਤੇ। 15 ਥਿਤੀ ਤੈ 7 ਵਾਰ। 15 ਥਿਤੀ, 15 ਸ਼ਬਦ, ਥਿਤੀ ਸ਼ਬਦ, 15 ਥਿਤੀ ਅਤੇ 7 ਵਾਰ। ਇਹਨਾਂ ਦੋ ਵਾਕਾਂ ਨੂੰ, ਦੋ ਸ਼ਬਦਾਂ ਨੂੰ ਤੈ ਸ਼ਬਦ ਨੇ ਕੀ ਕਰ ਦਿੱਤਾ ਜੀ, ਆਪਸ ਵਿੱਚ ਜੋੜ ਦਿੱਤਾ ਵਾ। ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵਖਰ ਤੈ ਵਣਜਾਰਿਆ, ਦੂਹਾ ਰਹੀ ਸਮਾਏ। ਵਖਰ ਸ਼ਬਦ ਅਤੇ ਵਣਜਾਰਿਆ ਸ਼ਬਦ, ਇਹਨਾਂ ਦੋਹਾਂ ਨੂੰ ਆਪਸ ਵਿੱਚ ਤੈ ਸ਼ਬਦ ਨੇ ਕੀ ਕਰ ਦਿੱਤਾ ਜੀ, ਕਨੈਕਟ ਕਰ ਦਿੱਤਾ ਵਾ। ਉਗਵਣੋ ਤੈ ਅਥਾਵਣੋ, ਅਥਾਵਣੋ, ਇਹ ਦੋ ਸ਼ਬਦਾਂ ਨੂੰ ਕੀ ਕਰ ਦਿੱਤਾ ਜੀ, ਉਗਵਣੋ ਤੇ ਅਥਾਵਣੋ, ਇਹਨਾਂ ਦੋ ਸ਼ਬਦਾਂ ਨੂੰ ਜਿਹੜਾ ਵਾ ਤੈ ਸ਼ਬਦ ਨੇ ਜਿਹੜਾ ਵਾ ਆਪਸ ਵਿੱਚ ਕਨੈਕਟ ਕਰ ਦਿੱਤਾ। ਇੱਥੇ ਅਰਥ ਬਣੇਗਾ ਜੀ ਸੁਬਹ ਸਵੇਰੇ ਅਤੇ ਜਾਂ ਫਿਰ ਤੇ ਸ਼ਾਮ, ਸ਼ਾਮ। ਅਥਾਵਣੋ ਦਾ ਅਰਥ ਹੈ ਜੀ ਆਥਣ ਵੇਲਾ, ਸ਼ਾਮ ਵੇਲਾ। ਚਾਹੋ ਚੱਕੀ ਕੀਨ ਲੋਆ, ਲੋਆ ਦਾ ਅਰਥ ਪ੍ਰਕਾਸ਼। ਮਾਮੇ ਤੈ ਮਾਂ ਮਾਣੀਆਂ, ਭਾਇਰ, ਭਾਇਰ ਬਾਪ ਨਾ ਮਾਓ। ਹੁਣ ਇੱਥੇ ਮਾਮੇ ਸ਼ਬਦ ਤੇ ਅੱਗੇ ਮਾਂ ਮਾਣੀਆਂ, ਇਹਨਾਂ ਦੋਹਾਂ ਸ਼ਬਦਾਂ ਨੂੰ ਜਿਹੜਾ ਵਾ ਆਪਸ ਵਿੱਚ ਕੀ ਕਰ ਦਿੱਤਾ, ਤੈ ਸ਼ਬਦ ਨੇ ਜਿਹੜਾ ਵਾ ਉਹ ਜੋੜ ਦਿੱਤਾ। ਮਾਮੇ ਅਤੇ ਮਾਮੀਆਂ, ਇਹ ਜਿਹੜਾ ਮਾਮੀਆਂ ਸ਼ਬਦ ਇਸਤਰੀ ਲਿੰਗ ਵਾਚਕ ਆ ਗਿਆ ਜੀ, ਹਨਾ, ਬਹੁਵਚਨ ਦੇ ਰੂਪ ਵਿੱਚ। ਜਿਵੇਂ ਆਪਾਂ ਕਹਿੰਦੇ ਉਹ ਮਾਮੇ ਆ, ਮਾਮਾ ਇੱਕ ਸ਼ਬਦ, ਇੱਕ ਵਚਨ। ਮਾਮੇ, ਮੰਮੇ ਅੱਖਰ ਦੇ ਉੱਤੇ ਇੱਕ ਲਾਂ ਲੱਗ ਗਈ ਜੀ, ਬਹੁਵਚਨ ਹੋ ਗਿਆ। ਮਾਮੀ ਇੱਕ ਵਚਨ, ਮਾਮੀਆਂ ਬਹੁਵਚਨ ਹੋ ਗਿਆ ਜੀ। ਮਾਂ ਮਾਣੀਆਂ, ਭਾਇਰ ਬਾਪ ਨਾ ਮਾਓ, ਭਾਇਰ ਦਾ ਭਾਈ, ਬਾਪ ਅਤੇ ਮਾਓ ਦਾ ਅਰਥ ਸਮਝਦੇ ਅਸੀਂ ਮਾਤਾ ਅਤੇ ਪਿਤਾ। ਤੋਂ ਮਾਮੇ ਸ਼ਬਦ ਤੇ ਮਾਂ ਮਾਣੀਆਂ ਸ਼ਬਦ ਜਿਹੜਾ, ਇਹਨਾਂ ਦੋਹਾਂ ਸ਼ਬਦਾਂ ਨੂੰ ਤੈ ਸ਼ਬਦ ਨੇ ਆਪਸ ਵਿੱਚ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਵਾ। ਕਿਸ ਸੇਵੀ ਤੈ ਕਿਸ ਸਾਹ ਲਾਹੀ, ਇੱਥੇ ਵੀ ਇਸ ਪੰਕਤੀ ਵਿੱਚ ਵੀ ਕਿਸ ਸੇਵੀ ਤੈ, ਤੈ ਕਿਸ ਸਾਹ ਲਾਹੀ, ਤੈ ਸ਼ਬਦ ਜਿਹੜਾ ਵਾ ਕਿਸ ਸੇਵੀ ਤੇ ਕਿਸ ਸਾਹ ਲਾਹੀ, ਇਹਨਾਂ ਦੋਹਾਂ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰ ਰਿਹਾ ਵਾ, ਜੋੜ ਰਿਹਾ, ਯੋਜਕ ਦੇ ਅਰਥਾਂ ਦੇ ਰੂਪ ਵਿੱਚ ਆਇਆ ਹੋਇਆ ਵਾ। ਨਾਮ ਜਪੀ ਤੈ ਨਾਮ ਧਿਆਈ, ਮਹਿਲ ਪਾਏ ਗੁਣ ਗਾਹਾ, ਗੁਣ ਗਾਹਾ ਹੈ। ਨਾਮ ਜਪੀ ਤੈ ਨਾਮ ਸਾਹ ਲਾਹੀ, ਤੋਂ ਇਹਨਾਂ ਮਾਫ ਕਰਨਾ, ਨਾਮ ਧਿਆਈ, ਇਹਨਾਂ ਦੋ ਵਾਕਾਂ ਨੂੰ, ਦੋ ਸ਼ਬਦਾਂ ਨੂੰ ਤੈ ਸ਼ਬਦ ਨੇ ਆਪਸ ਵਿੱਚ ਕਨੈਕਟ ਕਰ ਦਿੱਤਾ। ਇਸੇ ਤਰ੍ਹਾਂ ਅੱਗੇ ਆਪਾਂ ਪਰਸਦੇ, ਆਪ ਕਰੇ ਤੈ ਆਪ ਕਰਾਏ, ਗੁਰ ਪ੍ਰਸਾਦੀ ਕਿਸੈ ਬੁਝਾਏ, ਗੁਰ ਕੀ ਬਾਣੀ ਸਭ ਮਾਹੇ ਸਮਾਣੀ, ਆਪ ਸੁਣੀ ਤੈ ਆਪ ਵਖਾਣੀ, ਆਪ ਹੀ ਸੁਣੀ ਆ ਤੇ ਆਪ ਵਖਾਣੀ, ਆਪ ਉਹ ਜਿਹੜੀ ਆ ਆਪਣੀ ਜ਼ੁਬਾਨ ਤੋਂ ਜਿਹੜੀ ਆ ਉਹ ਜਿਹੜੀ ਆ ਉਚਾਰਨ ਕੀਤੀ ਆ। ਤੇਰੀ ਗਤ ਮਿੱਥ ਤੂੰ ਹੈ ਜਾਣੈ, ਤੂੰ ਆਪੇ ਕਥੈ ਤੈ ਆਪ ਵਖਾਣੈ। ਕਥੈ ਸ਼ਬਦ, ਤੂੰ ਆਪੇ ਕਥੈ ਇਸ ਵਾਕ ਨੂੰ ਅਤੇ ਆਪ ਵਖਾਣੈ ਇਸ ਵਾਕ ਨੂੰ, ਇਹਨਾਂ ਦੋਹਾਂ ਵਾਕਾਂ ਨੂੰ ਤੈ ਸ਼ਬਦ ਨੇ ਜਿਹੜਾ ਵਾ ਉਹ ਆਪਸ ਵਿੱਚ ਕੀ ਕੀਤਾ ਵਾ ਜੀ, ਕਨੈਕਟ ਕਰ ਦਿੱਤਾ ਵਾ। ਤੋਂ ਇੱਥੇ ਜਿਹੜਾ ਵਾ ਤੈ ਸ਼ਬਦ ਜਿਹੜਾ ਵਾ ਇਹ ਯੋਜਕ ਦੇ ਅਰਥਾਂ ਵਿੱਚ ਆ। ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਬਚਨ ਕਰਕੇ, ਬਚਨ ਕਰੇ ਅਤੇ, ਬਚਨ ਕਰਕੇ ਅਤੇ ਫਿਰ ਉਹ ਖਿਸਕ ਜਾਏ, ਉੱਥੋਂ ਚਲਿਆ ਜਾਏ। ਬੋਲੇ ਸਭ ਕੱਚਾ, ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ। ਇੱਥੇ ਵੀ ਹਰਨਾ ਬਾਜਾਂ ਅਤੇ ਤੈ ਸਿਕਦਾਰਾਂ, ਸਿਕਦਾਰਾ ਸ਼ਬਦ ਜਿਹੜਾ ਵਾ ਤੇ ਹਰਨਾ ਬਾਜਾ, ਇਹਨਾਂ ਦੋਹਾਂ ਸ਼ਬਦਾਂ ਨੂੰ, ਦੋਹਾਂ ਵਾਕਾਂ ਨੂੰ ਆਪਸ ਤੈ ਸ਼ਬਦ ਨੇ ਕਨੈਕਟ ਕਰ ਦਿੱਤਾ ਵਾ। ਤੇ ਅਖੀਰ ਦੇ ਉੱਤੇ ਹੈ ਜੀ, ਜੋ ਹਰ ਛੋੜ ਦੂਜੇ ਭਾਈ ਲੱਗੈ, ਉਹ ਜੰਮੈ ਤੈ ਮਰ ਜਾਏ, ਉਹ ਜੰਮੈ ਤੈ ਮਰ ਜਾਏ, ਮਰ ਜਾਏ ਉਹ ਜੰਮੈ। ਇਹਨਾਂ ਦੋਹਾਂ ਵਾਕਾਂ ਨੂੰ ਜਿਹੜਾ ਤੈ ਸ਼ਬਦ ਨੇ ਇੱਥੇ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਵਾ। ਤੋਂ ਹੁਣ ਇਹਨਾਂ ਸਾਰੇ ਪ੍ਰਮਾਣਾਂ ਨੂੰ ਜਿਹੜਾ ਵਾ ਪੜ੍ਹ ਕੇ ਇੱਕ ਗੱਲ ਜਿਹੜੀ ਆ ਉਹ ਮੋਟੇ ਜਿਹੇ ਸ਼ਬਦਾਂ ਦੇ ਵਿੱਚ ਜਿਹੜਾ ਵਾ ਉਹ ਅਸੀਂ ਸਾਨੂੰ ਸਮਝ ਵਿੱਚ ਆਈ ਆ ਵੀ ਜਿਹੜਾ ਤੈ ਸ਼ਬਦ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਵਾਰ ਜਿਹੜਾ ਵਾ ਉਹ ਯੋਜਕ ਦੇ ਅਰਥਾਂ ਦੇ ਵਿੱਚ ਰਿਪੀਟ ਹੋਇਆ ਵਾ। ਜਿੱਥੇ ਤੈ ਸ਼ਬਦ ਯੋਜਕ ਅਰਥਾਂ ਵਿੱਚ ਆਏਗਾ ਉੱਥੇ ਤੈ ਸ਼ਬਦ ਦਾ ਇਹੀ ਅਰਥ ਬਣੇਗਾ ਅਤੇ
ਤੇ ਤਤੇ ਉਤੇ ਕਲਾਂ ਤੇ ਅਤੇ ਤੇ ਇਹਨਾਂ ਦੋਹਾਂ ਹੀ ਅਰਥਾਂ ਦੇ ਵਿੱਚ ਜਿਹੜਾ ਵਾ ਤੈ ਸ਼ਬਦ ਦਾ ਜਿਹੜਾ ਵਾ ਉਹ ਭਾਵ ਅਰਥ ਬਣੇਗਾ। ਤੋ ਦੂਸਰੀ ਗੱਲ ਇਹ ਵੀ ਜਦੋਂ ਯੋਜਕ ਦੇ ਅਰਥਾਂ ਵਿੱਚ ਤੈ ਸ਼ਬਦ ਆਏਗਾ ਉਹਨੂੰ ਅਸੀਂ ਬਿੰਦੀ ਲਗਾ ਕੇ ਉਚਾਰਨ ਨਹੀਂ ਕਰਨਾ। ਇਹ ਜਿਹੜਾ ਵਾ ਬਿੰਦੀ ਤੋਂ ਰਹਿਤ ਉਚਾਰਨ ਹੋਏਗਾ। ਹੁਣ ਇਸ ਤੋਂ ਅਗਲੀ ਗੱਲ ਇਹ ਹੈ ਜੀ, ਜਿਹੜਾ ਤੈ ਸ਼ਬਦ ਆ ਉਹ ਬਿੰਦੀ ਦੇ ਸਹਿਤ ਕਿਵੇਂ ਉਚਾਰਨ ਹੋਣਾ ਹੈ। ਤੁਸੀਂ ਜਿਹੜਾ ਵਾ ਆਪਣੀ ਕਿਤਾਬ ਜਿਹੜੀ ਆ ਸਾਡੀ ਗੁਰਬਾਣੀ ਵਿਆਕਰਨ ਦੇ ਸਰਲ ਨੇਮ, ਇਸ ਕਿਤਾਬ ਦੇ ਤੁਸੀਂ ਦੇਖ ਸਕਦੇ ਹੋ ਜੀ 49 ਨੰਬਰ ਪੇਜ ਦੇ ਉੱਤੇ ਮੈਂ ਬੇਨਤੀ ਕਰਾਂਗਾ ਵੀਰ ਜੀ ਨੂੰ ਵੀ ਜਿਹੜੀ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਕਿਤਾਬ ਆ ਜੀ, ਇਹ ਕਿਤਾਬ ਜਿਹੜੀ ਆ ਉਹ ਤੁਸੀਂ ਜਿਹੜੀ ਆ ਡਿਸਪਲੇ ਦੇ ਉੱਤੇ ਸ਼ੋਅ ਕਰ ਦਿਓ। 49 ਨੰਬਰ ਪੇਜ ਦੇ ਉੱਤੇ ਜਿਹੜੀ ਆ ਇਹ ਕਿਤਾਬ ਜਿਹੜੀ ਆ, ਇਸ ਕਿਤਾਬ ਦੇ ਉੱਤੇ ਤੁਸੀਂ ਦੇਖੋ ਬਿੰਦੀ ਰਹਿਤ ਤੈ ਸ਼ਬਦ ਤੇ ਉਸ ਤੋਂ ਬਾਅਦ ਜਿਹੜਾ ਵਾ ਬਿੰਦੀ ਸਹਿਤ ਤੈ ਸ਼ਬਦ, ਇਹਨਾਂ ਦੋਹਾਂ ਬਾਰੇ ਹੀ ਸਾਨੂੰ ਜਿਹੜਾ ਵਾ ਉਹ ਇੱਥੇ ਜਾਣਕਾਰੀ ਦਿੱਤੀ ਹੋਈ ਹੈ। ਆਪਾਂ ਤੈ ਸ਼ਬਦ ਜਿਹੜਾ ਵਾ ਯੋਜਕ ਦੇ ਅਰਥਾਂ ਵਿੱਚ ਆਪਾਂ ਸਮਝ ਲਿਆ ਵਾ, ਪੜ੍ਹ ਲਿਆ ਵੀ ਜਿਹਦੇ ਯੋਜਕ ਦੇ ਅਰਥਾਂ ਵਿੱਚ ਜਦੋਂ ਤੈ ਸ਼ਬਦ ਆਏਗਾ ਉਹਨੂੰ ਬਿੰਦੀ ਰਹਿਤ ਅਸੀਂ ਉਚਾਰਨ ਕਰਨਾ, ਬਿੰਦੀ ਦੇ ਸਮੇਤ ਅਸੀਂ ਉਚਾਰਨ ਨਹੀਂ ਕਰਨਾ। ਕੁਝ ਹੋਰ ਵਾਕ ਆ ਜੀ, ਹੋਰ ਸ਼ਬਦ ਆ, ਤੁਸੀਂ ਦੇਖੋ ਇੱਥੇ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੇ ਖੇ। ਇੱਥੇ ਜਿਹੜਾ ਤੈ ਸ਼ਬਦ ਆ ਇਹ ਜਿਹੜਾ ਵਾ ਇੱਥੇ ਪੜਨਾਵੀ ਵਿਸ਼ੇਸ਼ਣ ਆਇਆ ਜੀ। ਤੈ ਸ਼ਬਦ ਉਹਨਾਂ ਦੇ, ਇਹ ਜਿਹੜਾ ਤੈ ਸ਼ਬਦ ਆ ਇੱਥੇ ਜਦੋਂ ਤੈ ਸ਼ਬਦ ਹੁਣ ਇੱਥੇ ਪੜਨਾਵੀ ਵਿਸ਼ੇਸ਼ਣ ਆਇਆ ਜੀ, ਉਹਨਾਂ ਦੇ ਤਨ ਉੱਤੇ ਉੱਡੇ ਖੇ, ਖੇ ਪੈ ਜਾਂਦੀ ਹੈ ਜਿਹੜੇ ਸਾਧ ਸੰਗ, ਜਿਹੜੇ ਸਾਧ ਸੰਗ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਸਿਮਰਦੇ। ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੇ ਖੇ। ਇਸ ਤੋਂ ਅੱਗੇ ਜੀ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਇਹ ਆਪਾਂ ਵਾਕ ਬਹੁਤ ਵਾਰੀ ਗੁਰਬਾਣੀ ਵਿੱਚ ਪੜ੍ਹਦੇ ਹਾਂ ਜੀ। ਇਸ ਵਾਕ ਨੂੰ ਅਸੀਂ ਜਿਹੜਾ ਵਾ ਜ਼ੁਬਾਨੀ ਕੰਠ ਵੀ ਕੀਤਾ ਹੋਇਆ ਵਾ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਇੱਥੇ ਜਿਹੜਾ ਤੈ ਸ਼ਬਦ ਆ ਜੀ, ਇੱਥੇ ਜਿਹੜਾ ਵਾ ਉਹ ਆਏਗਾ ਬਿੰਦੀ ਰਹਿਤ। ਇੱਥੇ ਤੈ ਸ਼ਬਦ ਜਿਹੜਾ ਵਾ ਤੈ ਸਾਹਿਬ ਕੀ ਬਾਤ ਜੇ ਆਖੈ, ਤੈ ਸ਼ਬਦ ਜਿਹੜਾ ਵਾ ਉਸ ਪੜਨਾਵੀ ਵਿਸ਼ੇਸ਼ਣ ਦੇ ਰੂਪ ਵਿੱਚ ਇਹ ਅਰਥ ਕਰ ਰਿਹਾ ਵੀ ਉਸ ਸਾਹਿਬ ਦੀ, ਉਸ ਸਾਹਿਬ ਵਾਲੇ ਪਾਸੇ ਇਸ਼ਾਰਾ ਕਰਕੇ। ਮੈਂ ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਮੈਂ ਪਿਛਲੀ ਕਲਾਸ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਸੀ ਵੀ ਪੜਨਾਵੀ ਵਿਸ਼ੇਸ਼ਣ ਵਾਲੇ ਜਿਹੜੇ ਸ਼ਬਦ ਹੁੰਦੇ ਆ ਇਹ ਉਹ ਸ਼ਬਦ ਹੁੰਦੇ ਆ ਜਿਹੜੇ ਸ਼ਬਦ ਨਾਉਨ ਵਾਲੇ ਸ਼ਬਦਾਂ ਵੱਲ ਇਸ਼ਾਰਾ ਕਰਦੇ ਆ। ਉਹਨਾਂ ਸ਼ਬਦਾਂ ਨੂੰ ਅਸੀਂ ਕਹਿੰਦੇ ਆ ਪੜਨਾਵੀ ਵਿਸ਼ੇਸ਼ਣ। ਜਿਵੇਂ ਉਹ ਘਰ, ਉਹ ਸਾਈਕਲ, ਉਹ ਕਾਰ। ਹੁਣ ਜਿਹੜਾ ਉਹ ਸ਼ਬਦ ਆ ਉਹ ਘਰ ਵੱਲ ਸੰਕੇਤ ਕਰ ਰਿਹਾ ਹੈ, ਸਾਈਕਲ ਵੱਲ ਸੰਕੇਤ ਕਰ ਰਿਹਾ ਹੈ। ਜਾਂ ਫਿਰ ਉਹ ਕਾਰ, ਉਹ ਮੇਰੀ ਕਾਰ ਹੈ, ਉਹ ਕਾਰ ਵੱਲ ਸੰਕੇਤ ਕਰ ਰਿਹਾ ਜੀ। ਉਸ ਦਾ ਘਰ, ਉਸ ਸ਼ਬਦ ਜਿਹੜਾ ਉਸ ਦਾ ਘਰ ਵੱਲ ਸੰਕੇਤ ਕਰ ਰਿਹਾ। ਤਾਂ ਇਹ ਜਿਹੜੇ ਸ਼ਬਦ ਆ ਪੜਨਾਵੀ ਵਿਸ਼ੇਸ਼ਣ, ਜਦੋਂ ਪੜਨਾਵੀ ਵਿਸ਼ੇਸ਼ਣ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਜਿਹੜੇ ਸ਼ਬਦ ਨਾਉਨ ਵਾਲੇ ਸ਼ਬਦਾਂ ਵੱਲ ਇਸ਼ਾਰਾ ਕਰਦੇ ਆ, ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਹਿੰਦੇ ਆ। ਤਾਂ ਇੱਥੇ ਜਿਹੜਾ ਤੈ ਸ਼ਬਦ ਆ ਇਹ ਸਾਹਿਬ ਵਾਲੇ, ਜਿਹੜਾ ਸਾਹਿਬ ਸ਼ਬਦ ਆ, ਸਾਹਿਬ ਦਾ ਅਰਥ ਜੀ ਮਾਲਕ ਅਕਾਲ ਪੁਰਖ ਪਰਮੇਸ਼ਵਰ, ਸਾਹਿਬ ਵਾਲੇ ਪਾਸੇ ਇਸ਼ਾਰਾ ਕਰ ਰਿਹਾ। ਤਾਂ ਇੱਥੇ ਜਿਹੜਾ ਤੈ ਸ਼ਬਦ ਆ ਇਹ ਬਿੰਦੀ ਰਹਿਤ ਉਚਾਰਨ ਹੋਏਗਾ। ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤਸਾਰ। ਇੱਥੇ ਗਿਣਤੀਵਾਚਕ ਆ ਗਿਆ ਜੀ ਤੈ ਸ਼ਬਦ। ਥਾਲੇ ਵਿੱਚ ਤੈ, ਤੈ ਤੋਂ ਭਾਵ 3। ਹਾਲਾਂਕਿ ਇਹ ਜਿਹੜਾ ਸ਼ਬਦ ਆ ਥਾਲੇ ਵਿੱਚ ਤੈ ਵਸਤੂ ਪਈਓ, ਇਹ ਜਿਹੜਾ ਸ਼ਬਦ ਆ ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਾ। ਆਪ ਜੀ ਇਹ ਗੱਲ ਭਲੀ ਭਾਂਤ ਜਾਣਦੇ ਹੋ ਵੀ ਇੱਕ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁੰਦਾ ਗੁਰਬਾਣੀ ਵਿੱਚ, ਇੱਕ ਸ਼ਬਦ ਜਿਹੜਾ ਵਾ ਆਪਾਂ ਮੁੰਦਾਵਣੀ ਸਰਲੇਖ ਦੇ ਹੇਠ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਾ ਉਹ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ ਵੀ ਥਾਲ ਵਿੱਚ 3 ਵਸਤੂ ਪਈ। ਉੱਥੇ 3 ਸ਼ਬਦ ਆ, ਪਰ ਇੱਥੇ ਹੈ ਜੀ ਸ਼ਬਦ ਤੈ, ਥਾਲ ਵਿੱਚ ਤੈ, ਤੈ ਤੋਂ ਭਾਵ 3 ਗਿਣਤੀਵਾਚਕ ਆ ਗਿਆ ਜੀ। ਇੱਥੇ ਵੀ ਜਿਹੜਾ ਤੈ ਸ਼ਬਦ ਆ ਉਹ ਬਿੰਦੀ ਰਹਿਤ ਉਚਾਰਨ ਹੋਏਗਾ। ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਇੱਥੇ ਜਿਹੜਾ ਤੈ ਸ਼ਬਦ ਆ ਇਹ ਜਿਹੜਾ ਵਾ ਥਾਂ ਵਾਲੇ, ਇਹ ਜਿਹੜਾ ਤੈ ਸ਼ਬਦ ਆ ਇਹ ਸਥਾਨ, ਜਿਹਨੂੰ ਆਪਾਂ ਥਾਂ ਪੰਜਾਬੀ ਵਿੱਚ ਕਹਿ ਦਿੰਦੇ ਆ ਜੀ, ਉਹਦਾ ਇਹ ਜਿਹੜਾ ਵਾ ਅਰਥ ਦੇ ਰਿਹਾ ਵਾ। ਤਾਂ ਇੱਥੇ ਤੈ ਸ਼ਬਦ ਜਿਹੜਾ ਵਾ ਉਹ ਬਿੰਦੀ ਰਹਿਤ ਉਚਾਰਨ ਹੋਏਗਾ। ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਵੀ ਸਾਰੀਆਂ ਥਾਵਾਂ ਤੇ ਜਿਹੜਾ ਵਾ ਉਹ ਸੂਤਕ ਹੋਣਾ ਚਾਹੀਦਾ ਵਾ ਜੇਕਰ ਅਸੀਂ ਸੂਤਕ ਮੰਨਦੇ ਆ। ਇਸ ਤੋਂ ਅੱਗੇ ਵੀ ਗੋਹੇ ਅਤੈ
ਲੱਕੜੀ ਅੰਦਰ ਕੀੜਾ ਹੋਏ, ਉਹੀ ਜਿਹੜੀ ਗੁਰਬਾਣੀ ਪੰਕਤੀ ਦੇ ਆਪਾਂ ਪਿੱਛੇ ਵਿਚਾਰ ਕੇ ਆਏ ਆ, ਗੋਹੇ ਅਤੈ ਤਤੈ ਦੇ ਉੱਤੇ ਦੁਲਾਵਾਂ ਦੇ ਨਾਲ ਸ਼ਬਦ। ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ। ਮਨਮੁਖ ਗੁਣ ਤੈ ਬਾਹਰੇ, ਇੱਥੇ ਤੈ ਸ਼ਬਦ ਜਿਹੜਾ ਵਾ ਇਹ ਸੰਬੰਧਕੀ ਅਰਥ ਦੇ ਰਿਹਾ ਵਾ ਜੀ, ਕਿਉਂਕਿ ਮੈਂ ਆਪ ਜੀ ਦੇ ਨਾਲ ਇਹ ਇੱਕ ਵਾਰ ਫਿਰ ਤੋਂ ਰਿਪੀਟ ਬੇਨਤੀ ਸਾਂਝੀ ਕਰਦੇ ਆ ਵੀ ਜਿਹੜਾ ਤੈ ਸ਼ਬਦ ਆ ਇਹਦੀ ਗੁਰਬਾਣੀ ਦੇ ਵਿੱਚ ਸੁਤੰਤਰ ਰੂਪ ਵਿੱਚ ਸਾਨੂੰ ਵਰਤੋਂ ਪੜਨ ਨੂੰ ਮਿਲਦੀ ਆ। ਸੁਤੰਤਰ ਰੂਪ ਦਾ ਮਤਲਬ ਇਹ ਹੁੰਦਾ ਵਾ ਜਦੋਂ ਇੱਕ ਸ਼ਬਦ ਜਿਹੜਾ ਵਾ ਕਈ ਅਰਥਾਂ ਦੇ ਵਿੱਚ ਜਿਹੜਾ ਵਾ ਉਹ ਗੁਰਬਾਣੀ ਦੇ ਵਿੱਚ ਵਰਤਿਆ ਹੋਵੇ। ਜਦੋਂ ਇੱਕ ਸ਼ਬਦ ਦੇ ਕਈ ਅਰਥ ਜਿਹੜੇ ਆ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਆ, ਉਹਨੂੰ ਅਸੀਂ ਕਹਿ ਲੈਂਦੇ ਆ ਵੀ ਇਹ ਸ਼ਬਦ ਜਿਹੜਾ ਵਾ ਸੁਤੰਤਰ ਰੂਪ ਵਿੱਚ ਵਰਤੋਂ ਵਿੱਚ ਜਿਹੜਾ ਵਾ ਗੁਰਬਾਣੀ ਵਿੱਚ ਆਇਆ ਹੋਇਆ ਵਾ। ਤੋ ਜਿਹੜਾ ਤੈ ਸ਼ਬਦ ਆ ਅਤੇ ਕੈ ਸ਼ਬਦ ਆ, ਇਹ ਦੋਹੇ ਜਿਹੜੇ ਸ਼ਬਦ ਆ ਗੁਰਬਾਣੀ ਦੇ ਵਿੱਚ ਕਈ ਅਰਥਾਂ ਵਿੱਚ ਅਸੀਂ ਪੜ੍ਹਦੇ ਆ ਗੁਰਬਾਣੀ ਵਿਆਕਰਣ ਅਨੁਸਾਰ। ਤੋ ਤੈ ਤੇ ਕੈ ਸ਼ਬਦ ਇਹ ਦੋਹੇ ਹੀ ਜਿਹੜੇ ਸ਼ਬਦ ਆ ਇਸ ਸੁਤੰਤਰ ਰੂਪ ਦੇ ਵਿੱਚ ਜਿਹੜੇ ਆ ਇਹ ਵਰਤੋਂ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੇ ਆ। ਤੋ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ, ਉਸ, ਤਿੰਨ, ਥਾਂ, ਫਿਰ ਤੋਂ, ਫਿਰ ਅਤੇ, ਤੁਸੀਂ ਦੇਖ ਸਕਦੇ ਹੋ ਕਿੰਨੇ ਅਰਥ ਬਣ ਗਏ। ਸ਼ਬਦ ਇੱਕੋ ਹੀ ਆ ਤੈ, ਪਰ ਕਿੰਨੇ ਅਰਥ ਬਣ ਗਏ। ਤੇ ਮੈਂ ਬਹੁਤ ਵਾਰ ਸਾਧ ਸੰਗਤ ਆਪਣੇ ਆਪ ਵਿੱਚ ਹੈਰਾਨ ਹੁੰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਇੱਕੋ ਹੀ ਸ਼ਬਦ ਦੇ ਕਈ ਅਰਥ ਜਿਹੜੇ ਆ ਉਹ ਅਸੀਂ ਪੜ੍ਹਦੇ ਆ, ਇੱਥੋਂ ਇਹ ਗੱਲ ਪਤਾ ਲੱਗਦੀ ਆ ਵੀ ਸਾਡੇ ਜਿਹੜੇ ਗੁਰੂ ਸਾਹਿਬ ਸਨ, ਜਿਨ੍ਹਾਂ ਨੇ ਸਾਧ ਸੰਗਤ ਗੁਰਬਾਣੀ ਦਾ ਮਹਾਨ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ। ਸਾਡੇ ਗੁਰੂ ਸਾਹਿਬ ਜਿਹੜੇ ਸਨ ਉਹ ਕਿੰਨੀਆਂ ਭਾਸ਼ਾਵਾਂ ਦੇ ਜਿਹੜੇ ਸਨ ਉਹ ਜਾਣੂ ਸੀ। ਸਾਡੇ ਸਿੱਖਾਂ ਦੇ ਵਿੱਚ ਚਲੋ ਹੁਣ ਜਿਹੜੀ ਆ ਉਹ ਇੱਕ ਬਹੁਤ ਵੱਡੀ ਘਾਟ ਪਾਈ ਜਾਂਦੀ ਆ ਵੀ ਸਾਨੂੰ ਜਿਹੜੀ ਆ ਉਹ ਬਹੁਤੀਆਂ ਭਾਸ਼ਾਵਾਂ ਦੀ ਸਾਨੂੰ ਜਿਹੜਾ ਬਹੁਤੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਆ। ਜੇ ਅਸੀਂ ਪੰਜਾਬੀ ਬੋਲਦੇ ਆ, ਪੰਜਾਬੀ ਪੜ੍ਹਦੇ ਆ, ਤੇ ਕੇਵਲ ਅਸੀਂ ਪੰਜਾਬੀ ਭਾਸ਼ਾ, ਪੰਜਾਬੀ ਬੋਲੀ ਤੱਕ ਸੀਮਤ ਹੋ ਕੇ ਰਹਿ ਗਏ ਆ। ਸਾਨੂੰ ਜਿਹੜਾ ਵਾ ਸੰਸਕ੍ਰਿਤ, ਫਾਰਸੀ, ਪ੍ਰਾਕ੍ਰਿਤ, ਬ੍ਰਿਜ ਭਾਸ਼ਾਵਾਂ ਜਿਹੜਾ ਵਾ ਇਹਨਾਂ ਦਾ ਜਿਹੜਾ ਬਹੁਤਾ ਗਿਆਨ ਨਹੀਂ ਆ। ਪਰ ਚਲੋ ਗੁਰੂ ਦਇਆ ਦੇ ਨਾਲ, ਗੁਰੂ ਬਖਸ਼ਿਸ਼ ਦੇ ਨਾਲ ਜਿਹੜਾ ਵਾ ਸਾਨੂੰ ਥੋੜੀ ਥੋੜੀ ਜਿਹੜੀ ਆ ਕੋਸ਼ਿਸ਼ ਮੈਂ ਸਮਝਦਾ ਵਾ ਜ਼ਰੂਰ ਕਰਨੀ ਚਾਹੀਦੀ ਆ ਵੀ ਇਹਨਾਂ ਭਾਸ਼ਾਵਾਂ ਨੂੰ ਸਮਝਣ ਦੀ, ਕਿਉਂਕਿ ਗੁਰਬਾਣੀ ਦੇ ਵਿੱਚ ਇਹ ਸਾਰੀਆਂ ਭਾਸ਼ਾਵਾਂ ਦੇ ਜਿਹੜੇ ਸ਼ਬਦ ਨੇ ਉਹ ਜਿਹੜੇ ਆ ਮੌਜੂਦ ਨੇ ਤਤਸਮ ਰੂਪ ਦੇ ਵਿੱਚ, ਹੂਬਹੂ ਉਸੇ ਹੀ ਤਰੀਕੇ ਦੇ ਨਾਲ ਮੌਜੂਦ ਨੇ ਜਿਸੇ ਤਰੀਕੇ ਦੇ ਨਾਲ ਇਹ ਆਪਣੀਆਂ ਭਾਸ਼ਾਵਾਂ ਵਿੱਚ ਬੋਲੇ ਜਾਂਦੇ ਆ। ਤੇ ਇੱਥੋਂ ਅੰਦਾਜ਼ਾ ਲਾਓ ਵੀ ਗੁਰੂ ਸਾਹਿਬਾਨਾਂ ਨੂੰ ਜਿਹੜਾ ਵਾ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ। ਇਹ ਜਿਹੜੀਆਂ ਗੱਲਾਂ ਚੱਲ ਪਈਆਂ ਵੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹ ਤੇ ਅਨਪੜ੍ਹ ਸੀ, ਉਹ ਪੜ੍ਹੇ ਲਿਖੇ ਨਹੀਂ ਸਨ, ਜਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਪੜ੍ਹਾਈ ਦਾ, ਉਹਨਾਂ ਦੀ ਵਿਦਿਆ ਦੇ ਬਾਰੇ ਜਿਹੜਾ ਵਾ ਉਹ ਬਹੁਤਾ ਨਹੀਂ ਦੱਸਿਆ ਜਾਂਦਾ। ਤੋ ਜਦੋਂ ਗੁਰਬਾਣੀ ਪੜਾਂਗੇ ਫਿਰ ਜਿਹੜਾ ਵਾ ਅਸੀਂ ਇਸ ਗੱਲ ਨੂੰ ਸਮਝ ਸਕਾਂਗੇ ਵੀ ਸਾਡੇ ਗੁਰੂ ਸਾਹਿਬ ਜਿਹੜੇ ਸਨ ਉਹ ਕਿੰਨੇ ਪੜ੍ਹੇ ਲਿਖੇ ਸੀ, ਕਿੰਨੇ ਵੈਲ ਐਜੂਕੇਟਡ ਸੀ, ਕਿੰਨੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ, ਕਿੰਨੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਤਜਰਬਾ ਸੀ। ਇਸੇ ਕਰਕੇ ਗੁਰੂ ਸਾਹਿਬ ਨੇ ਜੋ ਹੈ ਗੁਰਬਾਣੀ ਵਿਆਕਰਣ ਦੇ ਆਧਾਰ ਦੇ ਉੱਤੇ ਜਿਹੜਾ ਹੈ ਕਿੰਨੇ ਸ਼ਬਦ ਜਿਹੜੇ ਆ ਉਹ ਗੁਰਬਾਣੀ ਦੇ ਵਿੱਚ ਵਰਤੇ ਆ, ਜਿਨ੍ਹਾਂ ਸ਼ਬਦਾਂ ਦੇ ਜਿਹੜੇ ਆ ਸਰੂਪ, ਜਿਨ੍ਹਾਂ ਸ਼ਬਦਾਂ ਦਾ ਇੱਕੋ ਹੀ ਆ ਪਰ ਅਰਥ ਜਿਹੜੇ ਆ ਤੁਸੀਂ ਦੇਖੋ ਵੱਖੋ ਵੱਖਰੇ। ਹੁਣ ਇੱਥੇ ਤੁਸੀਂ ਦੇਖੋ ਤੈ ਸ਼ਬਦ ਦਾ ਸਰੂਪ ਇੱਕੋ ਹੀ ਆ ਪਰ ਅਰਥ ਜਿਹੜੇ ਆ ਉਹ ਵੱਖੋ ਵੱਖਰੇ ਆ। ਇੱਕ ਜਗ੍ਹਾ ਤੈ ਸ਼ਬਦ ਅਰਥ ਕਰ ਰਿਹਾ ਉਸ ਦਾ, ਇੱਕ ਜਗ੍ਹਾ ਤੈ ਸ਼ਬਦ ਅਰਥ ਕਰ ਰਿਹਾ ਥਾਂ ਦਾ, ਇੱਕ ਜਗ੍ਹਾ ਤੈ ਸ਼ਬਦ ਅਰਥ ਕਰ ਰਿਹਾ ਤੋਂ ਦਾ, ਸੰਬੰਧਕੀ ਅਰਥ ਕਰ ਰਿਹਾ, ਤੇ ਇੱਕ ਜਗ੍ਹਾ ਜੋਜਕ ਦੇ ਰੂਪ ਵਿੱਚ ਅਰਥ ਕਰ ਰਿਹਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਸ਼ਬਦ, ਸੰਸਾਰੀਆਂ ਸ਼ਬਦ, ਇਹਨਾਂ ਦੋਹਾਂ ਸ਼ਬਦਾਂ ਨੂੰ ਤੈ ਸ਼ਬਦ ਨੇ ਕੀ ਕਰ ਦਿੱਤਾ ਜੀ, ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ। ਇੱਥੇ ਤੈ ਸ਼ਬਦ ਦਾ ਅਰਥ ਬਣੇਗਾ ਅਤੇ, ਤੋ ਇਹ ਜੋਜਕ ਦੇ ਅਰਥਾਂ ਵਿੱਚ ਤੈ ਸ਼ਬਦ ਆਇਆ ਵਾ। ਹੁਣ ਇਸ ਤੋਂ ਅਗਲੀ ਗੱਲ, ਇਹ ਗੱਲ ਵੀ ਵੈਰੀ ਵੈਰੀ ਇੰਪੋਰਟੈਂਟ ਆ, ਸਮਝਣ ਵਾਲੀ ਆ ਜੀ। ਤੈ ਸ਼ਬਦ ਜਿਹੜਾ ਵਾ ਜਦੋਂ ਅਸੀਂ ਬਿੰਦੀ ਸਹਿਤ ਜਿਹੜਾ ਵਾ ਉਚਾਰਨ ਕਰਨਾ ਵਾ, ਉਹ ਕਿਸ ਸੰਦਰਭ ਵਿੱਚ ਅਸੀਂ ਉਚਾਰਨ ਕਰਨਾ ਵਾ, ਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ। ਜਿਹੜਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਤੂੰ, ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜੀ ਤੈ। ਗੁਰਬਾਣੀ ਵਿੱਚ ਤੈ ਅਤੇ ਤੂੰ ਇਹ ਦੋਹੇ ਜਿਹੜੇ ਸ਼ਬਦ ਆ ਕਈ ਜਗ੍ਹਾ ਦੇ ਉੱਤੇ ਜਿਹੜੇ ਆ ਸਮਾਨ ਅਰਥਕ ਹੀ ਆਏ ਹੋਏ ਆ। ਜਿਵੇਂ ਅਸੀਂ ਤੂੰ ਸ਼ਬਦ ਜਿਹੜਾ ਵਾ, ਤੂੰ ਸ਼ਬਦ ਦਾ ਅਰਥ ਅਸੀਂ ਪੜਨਾਵੀ ਪੜ੍ਹਦੇ ਹਾਂ ਜੀ, ਪ੍ਰਨਾਉਨ ਵੀ। ਜਿਵੇਂ ਆਪਾਂ ਗੁਰਬਾਣੀ ਦਾ ਪ੍ਰਮਾਣ ਪੜ੍ਹ ਲਈਏ ਜੀ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਾਂ ਤੂੰ ਚਾਉ ਸੱਜਣ ਮੈਂਡਿਆ ਦੇਈ ਸਿਸ ਉਤਾਰ। ਜਾਂ ਅਸੀਂ ਸ਼ਬਦ ਪੜ੍ਹਦੇ ਹਾਂ ਜੀ, ਤੂੰ ਆਪੇ ਜਾਣੈ ਸਰਬ ਵਿਡਾਣੀ
तेरी कीमत तू है जाने। ਜਦੋਂ ਤੈ ਸ਼ਬਦ ਅਸੀਂ ਉਚਾਰਨ ਕਰਨਾ ਵਾ, ਜਦੋਂ ਅਸੀਂ ਬਿੰਦੀ ਸਹਿਤ ਤੈ ਸ਼ਬਦ ਉਚਾਰਨ ਕਰਨਾ ਵਾ ਨਾ ਜੀ, ਇਹ ਜਿਹੜਾ ਸ਼ਬਦ ਦਾ ਅਰਥ ਭਾਵ ਹੋਏਗਾ ਤੂੰ ਦੇ ਰੂਪ ਵਿੱਚ। ਇੱਕ ਤਾਂ ਸਿੱਧੇ ਹੀ ਗੁਰਬਾਣੀ ਵਿੱਚ ਤੂੰ ਸ਼ਬਦ ਆ ਗਏ ਆ ਬਾਜੀ, ਤੱਤੇ ਦੇ ਪੈਰ ਵਿੱਚ ਔਂਕੜ, ਤੱਤੇ ਉੱਪਰ ਟਿੱਪੀ ਸਹਿਤ, ਅਤੇ ਕਈ ਜਗ੍ਹਾ ਦੇ ਉੱਤੇ ਤੱਤੇ ਪੈਰ ਮਾਫ ਕਰਨਾ, ਤੱਤੇ ਪੈਰ ਦੁਲੈਂਕੜ ਉੱਤੇ ਟਿੱਪੀ ਸਹਿਤ, ਅਤੇ ਤੱਤੇ ਪੈਰ ਦੁਲੈਂਕੜ ਤੇ ਕਈ ਜਗ੍ਹਾ ਦੇ ਉੱਤੇ ਤੱਤੇ ਦੇ ਉੱਤੇ ਟਿੱਪੀ ਨਹੀਂ ਆਈ, ਕੇਵਲ ਤੱਤੇ ਪੈਰ ਦੁਲੈਂਕੜ ਹੀ ਆਈ ਹੋਈ ਆ। ਜਦੋਂ ਤੈ ਸ਼ਬਦ, ਮੋਟੀ ਜੀ ਗੱਲ ਹੈ ਜੀ ਸਮਝਣ ਵਾਲੀ, ਜਦੋਂ ਤੈ ਸ਼ਬਦ ਤੂੰ ਦੇ ਅਰਥਾਂ ਦੇ ਵਿੱਚ ਗੁਰਬਾਣੀ ਵਿੱਚ ਪੜਾਂਗੇ, ਸਮਝ ਲੈਣਾ ਉਦੋਂ ਤੈ ਸ਼ਬਦ ਦੇ ਨਾਲ ਬਿੰਦੀ ਲਗਾ ਕੇ ਅਸੀਂ ਪਾਠ ਉਚਾਰਨ ਕਰਨਾ। ਜਦੋਂ ਤੈ ਸ਼ਬਦ ਪੜਨਾਵੀ ਵਿਸ਼ੇਸ਼ਣ ਜਾਂ ਫਿਰ ਤੈ ਸ਼ਬਦ ਜਿਹੜਾ ਵਾ ਉਹ ਅਸੀਂ ਯੋਜਕ ਦੇ ਰੂਪ ਵਿੱਚ ਜਾਂ ਸੰਬੰਧਕੀ ਰੂਪ ਵਿੱਚ ਅਸੀਂ ਪੜਾਂਗੇ, ਉਸ ਸਮੇਂ ਤੈ ਸ਼ਬਦ ਬਿੰਦੀ ਰਹਿਤ ਉਚਾਰਨ ਹੋਏਗਾ। ਪਰ ਜਦੋਂ ਤੈ ਸ਼ਬਦ ਦਾ ਜ਼ਿਆਦਾਤਰ ਅਰਥ ਅਸੀਂ ਤੂੰ ਸ਼ਬਦਾਂ ਵਿੱਚ, ਤੁਝ ਸ਼ਬਦ ਵਿੱਚ, ਤੈਨੂੰ ਸ਼ਬਦ ਵਿੱਚ ਪੜਾਂਗੇ, ਤੇ ਉਸ ਸਮੇਂ ਤੈ ਸ਼ਬਦ ਦੇ ਨਾਲ ਬਿੰਦੀ ਲਗਾ ਕੇ ਉਚਾਰਨ ਕਰਾਂਗੇ। ਜਿਵੇਂ ਆਪਾਂ ਪੜ ਸਕਦੇ ਹਾਂ ਜੀ, ਇੱਥੇ ਸਾਹਮਣੇ ਤੁਹਾਡੇ ਗੁਰਬਾਣੀ ਦੇ ਪ੍ਰਮਾਣ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ, ਸ਼ੋਅ ਕਰ ਰਹੇ ਆ ਜੀ। ਤੈ ਸਾਹਿਬ ਕੀ ਕਰੇ ਸੇਵ, ਤੈ ਤੱਤੇ ਦੇ ਉੱਪਰ ਦੁਲਾਵਾਂ ਵਾ, ਇੱਥੇ ਬਿੰਦੀ ਸਹਿਤ ਉਚਾਰਨ ਹੋਏਗਾ, ਤੈ ਸਾਹਿਬ ਕੀ ਕਰੇ ਸੇਵ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਇੱਥੇ ਜਿਹੜਾ ਤੈ ਨਰ ਤੋਂ ਭਾਵ ਵੀ ਤੂੰ, ਇਹ ਜਿਹੜਾ ਤੈ ਸ਼ਬਦ ਹੈ ਇੱਥੇ ਆਇਆ ਤੂੰ ਦੇ ਅਰਥਾਂ ਦੇ ਵਿੱਚ। ਉਸ ਤੋਂ ਪਹਿਲਾਂ ਜਿਹੜੀ ਪੰਕਤੀ ਉਚਾਰਨ ਕੀਤੀ ਤੈ ਸਾਹਿਬ ਕੀ ਕਰੇ ਸੇਵ, ਇੱਥੇ ਤੈ ਸ਼ਬਦ ਜਿਹੜਾ ਵਾ ਉਹ ਤੁਝ ਦੇ ਅਰਥਾਂ ਵਿੱਚ ਆਇਆ ਵਾ। ਫਿਰ ਜੀ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਜੋ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਦੇ ਹਨ। ਤੈਨੂੰ, ਇੱਥੇ ਜਿਹੜਾ ਤੈ ਸ਼ਬਦ ਆ ਇਹ ਤੈਨੂੰ ਦੇ ਅਰਥਾਂ ਵਿੱਚ ਆਇਆ ਵਾ। ਇੱਥੇ ਜਿਹੜਾ ਤੈ ਸ਼ਬਦ ਆ ਇਹ ਬਿੰਦੀ ਸਹਿਤ ਉਚਾਰਨ ਹੋਏਗਾ, ਤੈ ਮਾਰਨ ਮੁਕੀਆਂ। ਫਿਰ ਜੀ ਤੈ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣੋਏ। ਹੁਣ ਇੱਥੇ ਜਿਹੜਾ ਸ਼ਬਦ ਆ ਤੈ, ਇਹ ਜਿਹੜਾ ਤੈ ਸ਼ਬਦ ਆ ਵੀ ਤੇਰੇ ਪਾਸੋਂ, ਤੈ ਸ਼ਬਦ ਜਿਹੜਾ ਵਾ ਇਹ ਇੱਥੇ ਬਿੰਦੀ ਸਹਿਤ ਉਚਾਰਨ ਹੋਏਗਾ, ਕਿਉਂਕਿ ਇੱਥੇ ਤੈ ਸ਼ਬਦ ਦਾ ਜਿਹੜਾ ਅਰਥ ਭਾਵ ਆ ਗੁਰਬਾਣੀ ਵਿਆਕਰਨ ਅਨੁਸਾਰ ਜਿਹੜਾ ਵਾ ਉਹ ਜਿਹੜਾ ਵਾ ਮੱਧਮ ਪੁਰਖ ਜਿਹੜਾ ਵਾ ਕਰਤਾ ਕਾਰਕ ਦੇ ਇੱਕ ਵਚਨ ਦੇ ਰੂਪ ਦੇ ਵਿੱਚ ਆਇਆ ਹੋਇਆ ਵਾ। ਤੇ ਇੱਥੇ ਜਿਹੜਾ ਤੈ ਸ਼ਬਦ ਆ ਉਹ ਬਿੰਦੀ ਦੇ ਨਾਲ ਉਚਾਰਨ ਹੋਏਗਾ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਨ ਹੋਏ। ਇਸ ਤੋਂ ਇਲਾਵਾ ਹੋਰ ਵੀ ਆਪਾਂ ਗੁਰਬਾਣੀ ਦੇ ਪ੍ਰਮਾਣ ਪੜ੍ਹਦੇ ਆ ਜੀ, ਜਿਵੇਂ ਇੱਕ ਆਪਾਂ ਪ੍ਰਮਾਣ ਪੜ੍ਹਦੇ ਆ ਜੀ ਭੱਟਾਂ ਦੇ ਸਵਈਆਂ ਦੇ ਵਿੱਚੋਂ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਬਹੁਤ ਵਾਰੀ ਤੁਸੀਂ ਪੜ੍ਹਿਆ ਹੋਏਗਾ ਇਹ ਭੱਟਾਂ ਦੀ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਸੇਵਾਨ ਜਿਹੜਾ ਵਾ ਇਹ ਸ਼ਬਦ ਉਚਾਰਨ ਕਰ ਰਹੇ ਆ ਵੀ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਰਾਈਟ, ਤੋਂ ਇੱਥੇ ਜਿਹੜਾ ਤੈ ਸ਼ਬਦ ਆ ਉਹ ਤੱਤੇ ਦੇ ਨਾਲ ਬਿੰਦੀ ਲਗਾ ਕੇ ਉਚਾਰਨ ਕਰਾਂਗੇ ਵੀ ਤੈ ਪੜਿਓ ਇੱਕ। ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਥੇ ਗੱਲ ਚੱਲ ਰਹੀ ਹੈ ਜੀ, ਤੈ ਪੜਿਓ ਇੱਕ ਮਨ ਧਰਿਓ ਇੱਕ। ਇੱਕ ਸ਼ਬਦ ਆਪਾਂ ਗੁਰਬਾਣੀ ਦੇ ਪ੍ਰਮਾਣ ਪੜ੍ਹਦੇ ਹਾਂ ਜੀ, ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕਿ ਤੈ ਆਸ ਬੁਝਾਈ। ਉੱਥੇ ਜਿਹੜਾ ਸ਼ਬਦ ਆ ਗੁਰਬਾਣੀ ਦਾ ਪ੍ਰਮਾਣ ਦੇ ਵਿੱਚ ਤੈ ਆਸ ਪੁਜਾਈ, ਉੱਥੇ ਤੈ ਸ਼ਬਦ ਜਿਹੜਾ ਵਾ ਬਿੰਦੀ ਦੇ ਨਾਲ ਉਚਾਰਨ ਹੋਏਗਾ, ਬਿੰਦੀ ਸਹਿਤ ਉਚਾਰਨ ਹੋਏਗਾ, ਕਿਉਂਕਿ ਤੈ ਦਾ ਅਰਥ ਹੈ ਜੀ ਉੱਥੇ ਤੂੰ। ਜਾ ਕੇ ਹਿਰਦੈ ਵਸਿਆ ਤੂੰ ਕਰਤੇ ਤਾਂ ਕਿ ਤੈ ਆਸ ਪੁਜਾਈ। ਜਿਵੇਂ ਆਪਾਂ ਪੜ੍ਹਿਆ ਸੀ ਤੈ ਨਾਰ ਕਿਆ ਪੁਰਾਣ ਸੁਣ ਕੀਨਾ ਜਾਂ ਤੈ ਸਾਹਿਬ ਕੀ ਕਰੈ ਸੇਵ। ਇਹ ਸਾਰੇ ਜਿੰਨੇ ਵੀ ਬਾਣੀ ਦੇ ਪ੍ਰਮਾਣ ਆ, ਇਹਨਾਂ ਸਾਰੇ ਪ੍ਰਮਾਣਾਂ ਵਿੱਚ ਤੈ ਸ਼ਬਦ ਦੇ ਨਾਲ ਅਸੀਂ ਜਿਹੜਾ ਬਿੰਦੀ ਲਗਾ ਕੇ ਉਚਾਰਨ ਕਰਨਾ ਵਾ ਪਾਠ, ਤੈ ਸਾਹਿਬ ਕੀ ਕਰੈ ਸੇਵ, ਤੈ ਨਰ ਕਿਆ ਪੁਰਾਣ ਸੁਣ ਕੀਨਾ ਫਰੀਦਾ ਜੋ ਤੈ ਮਾਰਨ ਮੁਕੀਆਂ ਤੈ ਪਾਸੋਂ ਇਹ ਲੱਦ ਗਏ। ਤੋ ਤੈ ਪੜਿਓ ਇੱਕ ਮਨ ਧਰਿਓ ਇੱਕ, ਜਾਂ ਫਿਰ ਤੈ ਆਸ ਪੁਜਾਈ। ਸੋ ਮੋਟੀ ਜੀ ਗੱਲ ਸਮਝਣ ਵਾਲੀ ਜੀ, ਜਦੋਂ ਤੈ ਸ਼ਬਦ ਜਿਹੜਾ ਵਾ ਤੂੰ ਦੇ ਅਰਥਾਂ ਵਿੱਚ, ਤੈਨੂੰ ਦੇ ਅਰਥਾਂ ਵਿੱਚ ਇਹ ਸ਼ਬਦ ਜਿਹੜਾ ਵਾ ਆਏਗਾ, ਤੇ ਉਸ ਸਮੇਂ ਤੈ ਸ਼ਬਦ ਦੇ ਨਾਲ ਬਿੰਦੀ ਲਗਾ ਕੇ ਪਾਠ ਉਚਾਰਨ ਕਰਨਾ ਵਾ। ਜਦੋਂ ਤੈ ਸ਼ਬਦ ਜਿਹੜਾ ਵਾ ਉਹ ਯੋਜਕ ਦੇ ਅਰਥਾਂ ਵਿੱਚ ਆਏਗਾ,
ਜਾਂ ਫਿਰ ਪੜਨਾਵੀ ਵਿਸ਼ੇਸ਼ਣ ਦੇ ਅਰਥਾਂ ਵਿੱਚ ਆਏਗਾ, ਕਈ ਜਗ੍ਹਾ ਦੇ ਉੱਤੇ ਆਇਆ ਵਾ, ਜਾਂ ਫਿਰ ਇਹਦਾ ਸੰਬੰਧਕੀ ਅਰਥ ਬਣੇਗਾ ਤੇ ਉਹਨਾਂ ਸਾਰੇ ਵਾਕਾਂ ਦੇ ਵਿੱਚ ਤੈ ਸ਼ਬਦ ਜਿਹੜਾ ਬਿੰਦੀ ਤੋਂ ਰਹਿਤ ਉਚਾਰਨ ਹੋਵੇਗਾ। ਤੇ ਮੈਂ ਉਮੀਦ ਕਰਦਾ ਵਾਂ ਜੀ ਆਪ ਜੀ ਨੂੰ ਜਿਹੜੀ ਆ ਤੈ ਸ਼ਬਦ ਦੀ ਜਿਹੜੀ ਆ ਉਹ ਵਿਚਾਰ ਜ਼ਰੂਰ ਸਮਝ ਵਿੱਚ ਆਈ ਹੋਵੇਗੀ, ਜੋ ਅੱਜ ਆਪਾਂ ਤੈ ਸ਼ਬਦ ਬਾਰੇ ਜਿਹੜਾ ਵਾ ਜੋ ਵਿਚਾਰ ਕੀਤੀ ਆ। ਇਸ ਤੋਂ ਅੱਗੇ ਜਿਹੜਾ ਵਾ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਹੋੜਾ ਜਿਹੜਾ ਵਾ ਇਹਦੇ ਸੰਬੰਧੀ ਜਿਹੜੀ ਆ ਉਹ ਵਿਚਾਰ ਅੱਗੇ ਚੱਲੇਗੀ 50 ਨੰਬਰ ਪੇਜ ਤੋਂ। ਤੇ ਤੈ ਸ਼ਬਦ ਦੇ ਬਾਰੇ ਜਿਹੜੀ ਵਿਚਾਰ ਆ ਗੁਰੂ ਸਾਹਿਬ ਦੀ ਦਇਆ ਨਾਲ ਅੱਜ ਆਪਾਂ ਕੀਤੀ ਆ। ਜੇ ਕੋਈ ਸਵਾਲ ਹੋਵੇ ਤੇ ਤੁਸੀਂ ਜਿਹੜਾ ਵਾ ਮੈਨੂੰ ਪਰਸਨਲ ਫੋਨ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ, ਮੈਸੇਜ ਭੇਜ ਕੇ ਵੀ ਪੁੱਛ ਸਕਦੇ ਹੋ। ਸਾਰੀਆਂ ਜਿੰਨੇ ਵੀ ਗੁਰਮੁਖ ਵੀਰ ਭੈਣਾਂ ਜਿਹੜੀਆਂ ਵਾ ਉਹ ਇੱਥੇ ਮੌਜੂਦ ਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਗੁਰੂ ਸਾਹਿਬ ਦੀ ਦਇਆ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਕੀਤੀ ਹੈ ਜੀ। ਤੋ ਦਾਸ ਇੱਥੇ ਹੀ ਜਿਹੜਾ ਵਾ ਉਹ ਖਿਮਾ ਦਾ ਜਾਚਕ ਆ। ਜੇ ਕੋਈ ਗਲਤੀ ਹੋ ਗਈ, ਕਿਉਂਕਿ ਅੱਜ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਮੈਂ ਪਿਛਲੇ 2-4 ਦਿਨਾਂ ਤੋਂ ਮਿਸਤਰੀਆਂ ਦੇ ਵਿੱਚ ਬਿਜ਼ੀ ਆ ਜੀ, ਘਰ ਦੇ ਵਿੱਚ, ਤੇ ਬਹੁਤੀ ਤਿਆਰੀ ਤਾਂ ਨਹੀਂ ਸੀ ਮੇਰੀ, ਪਰ ਫਿਰ ਵੀ ਚਲੋ ਗੁਰੂ ਸਾਹਿਬ ਦੀ ਦਇਆ ਦੇ ਨਾਲ ਮੈਂ ਕੋਸ਼ਿਸ਼ ਕੀਤੀ ਆ ਵੀ ਜਿੰਨਾ ਵੀ ਸਮਝ ਵਿੱਚ ਆਇਆ ਵਾ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਆ ਵਿਚਾਰ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਭਾਈ ਸੁਖਿੰਦਰ ਸਿੰਘ ਜੀ। ਬਹੁਤ ਕੀਮਤੀ ਵਿਚਾਰ ਹਨ ਜਿਹੜੇ ਆਪ ਜੀ ਨੇ ਰੱਖੇ ਹੈ। ਤੈਂ ਕਿੱਥੇ ਉਚਾਰਨ ਹੈ, ਕਿੱਥੇ ਬਿੰਦੀ ਲੱਗਦੀ ਹੈ, ਕਿੱਥੇ ਨਹੀਂ ਲੱਗਦੀ, ਤੇ ਕਾਫੀ ਸਮਝਣ ਦੀ ਲੋੜ ਹੈ ਇਹਨਾਂ ਚੀਜ਼ਾਂ ਦੀ ਵੀ। ਅਸੀਂ ਕਈ ਵਾਰੀ ਜਿੱਥੇ ਤੈਂ ਪੜ੍ਹਨਾ ਉੱਥੇ ਵੀ ਤੈਂ ਹੀ ਪੜ੍ਹ ਦਿੰਦੇ ਹਾਂ, ਤੇ ਜਿੱਥੇ ਤੈਂ ਪੜ੍ਹਨਾ ਉੱਥੇ ਤੈਂ ਪੜ੍ਹ ਦਿੰਦੇ ਹਾਂ। ਇਹ ਥੋੜ੍ਹੀ ਜਿਹੀ ਸਮਝਣ ਦੀ ਲੋੜ ਹੁੰਦੀ ਹੈ ਵੀ ਕਿੱਥੇ ਬਿੰਦੀ ਲੱਗਣੀ ਹੈ, ਕਿੱਥੇ ਨਹੀਂ ਲੱਗਣੀ ਹੈ। ਇਹਦਾ ਉਚਾਰਨ ਤੇ ਨਹੀਂ ਹੋਣਾ, ਤੈਅ ਹੋਣਾ, ਖੋਲ੍ਹ ਕੇ, ਥੋੜ੍ਹਾ ਮੂੰਹ ਖੋਲ੍ਹ ਕੇ ਉਚਾਰਨ ਹੋਏਗਾ। ਇਸ ਹਿਸਾਬ ਦੇ ਨਾਲ ਆਪ ਜੀ ਦੇ ਨਾਲ ਬਹੁਤ ਬਹੁਤ ਧੰਨਵਾਦ। ਅਗਲੇ ਸ਼ੁੱਕਰਵਾਰ ਨੂੰ ਫਿਰ ਤੁਹਾਡੇ ਦਰਸ਼ਨ ਹੋਣਗੇ, ਤੇ ਆਸ ਕਰਦੇ ਹਾਂ ਕਿ ਅਗਲਾ ਜਿਹੜਾ ਗੁਰਬਾਣੀ ਵਿਆਕਰਨ ਦੇ ਸਰਲ ਨਿਯਮ ਦਾ ਜਿਹੜਾ ਅਗਲਾ ਹਿੱਸਾ ਹੈ ਹੋੜੇ ਦਾ, ਉਸ ਤੋਂ ਪਹਿਲਾਂ ਇੱਕ ਥੋੜ੍ਹੀ ਜਿਹੀਆਂ 2 ਲਾਈਨਾਂ ਹੋਰ ਉੱਥੇ ਲਿਖੀਆਂ ਹੋਈਆਂ ਸੀ, ਉਹਦੀਆਂ ਵੀ ਵਰਤੋਂ ਹੈਗੀ ਹੈ ਵੀ ਜਿੱਥੇ ਵੀ ਇਹ ਕਰਨ ਨਾਲ ਇਹ ਹੁੰਦਾ ਹੈ। ਇਹੋ ਜਿਹੀਆਂ 2-3 ਪੰਕਤੀਆਂ ਉੱਥੇ ਆਈਆਂ ਸੀਗੀਆਂ, ਉਹ ਵੀ ਸਾਡੀਆਂ ਜੇ ਕਰਨੀਆਂ ਵੀ ਜੇ ਨਾਨਕ ਫਿੱਕਾ ਬੋਲਿਆ ਫਿਰ ਅੱਗੇ ਕੀ ਹੋਏਗਾ, ਉਹ ਇਹ ਕਰਨ ਨਾਲ ਇਹ ਹੁੰਦਾ, ਤੇ ਵੀ ਵਰਤੋਂ ਜਿਹੜੀ ਆ ਉੱਥੇ ਸਿਹਾਰੀ ਦੀ ਇਸ ਕਰਕੇ ਉੱਥੇ ਲਿਖਿਆ ਵੀ ਵਰਤੋਂ ਜਿਹੜੀ ਇਸ ਢੰਗ ਨਾਲ ਵੀ ਹੁੰਦੀ ਹੈ। ਤੇ ਉਹ ਲਫ਼ਜ਼ ਵੀ ਸਾਡੇ ਅਜੇ ਬਾਕੀ ਪੈਂਡਿੰਗ ਨੇ, ਮੇਰਾ ਖਿਆਲ 2-3 ਲਾਈਨਾਂ ਹੀ ਆ ਸ਼ਾਇਦ ਉਹਦੀਆਂ। ਉਹ 'ਚ ਹੋਰ ਵੀ ਆਪਣੀਆਂ ਗੁਰਬਾਣੀ ਦੀਆਂ ਪੰਕਤੀਆਂ ਆਪ ਜੀ ਉਹਦੇ ਲਈ ਨੋਟ ਕਰ ਸਕਦੇ ਹੋ, ਤੇ ਤਦ ਕਿ ਉਹਦੇ ਤੋਂ ਸਾਨੂੰ ਜ਼ਿਆਦਾ ਸਮਝ ਆ ਸਕੇ। ਅਗਲੇ ਹਫ਼ਤੇ ਫਿਰ ਤੁਹਾਡੇ ਦਰਸ਼ਨ ਹੋਣਗੇ। ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਬੜਾ ਰੁਝੇਵਾਂ ਜੋ ਸਮਾਂ ਕੱਢਿਆ, ਤੇ ਘਰ ਦੇ ਵਿੱਚ ਜਦੋਂ ਮਿਸਤਰੀ ਲੱਗੇ ਹੋਣ, ਭਾਵੇਂ ਰਾਜ ਮਿਸਤਰੀ ਹੋਣ ਤੇ ਭਾਵੇਂ ਦੂਜੇ ਹੋਣ, ਉਹ ਫਿਰ ਔਖਾ ਜਿਹਾ ਕੰਮ ਹੁੰਦਾ, ਖਿਲਾਰਾ ਵੀ ਜ਼ਿਆਦਾ ਹੁੰਦਾ ਤੇ ਹੁੰਦਾ ਵੀ ਹੈ। ਆਪਾਂ ਚੱਲਦੇ ਹਾਂ ਕੋਈ ਸਵਾਲ ਜਵਾਬਾਂ ਦੇ। ਕਿਸੇ ਦਾ ਕੋਈ ਹੈਂਡ ਰੇਜ਼ ਹੋਵੇ ਤਾਂ ਅਸੀਂ ਉਹ ਸਵਾਲ ਜਵਾਬ ਲੈ ਸਕਦੇ ਹਾਂ। ਤੇ ਵੈਸੇ ਅਜੇ ਤੱਕ ਤਾਂ ਕਿਸੇ ਦਾ ਕੋਈ ਕੁਐਸਚਨ ਆਇਆ ਨਹੀਂ ਹੈ। ਜੇ ਕੋਈ ਕਿਸੇ ਦਾ ਕੁਐਸਚਨ ਹੋਵੇ ਤੇ ਆਪਣਾ ਹੈਂਡ ਰੇਜ਼ ਕਰਕੇ ਆਪਣੇ ਆਪ ਨੂੰ MP ਸਿੰਘ ਜੀ ਆਪਸ਼ਨ ਕਰ ਦਿਓ ਅਨਮਿਊਟ ਕਰਨ ਦੀ, ਤਾਂ ਫਿਰ ਅਨਮਿਊਟ ਕਰ ਸਕਦੇ ਨੇ। ਜੇ ਆਪਣੇ ਕਿਸੇ ਦਾ ਹੈਂਡ ਵੈਸੇ ਰੇਜ਼ ਹੈ ਨਹੀਂ ਹੈ। ਤਾਂ ਕੱਲ੍ਹ ਦੀ ਕਲਾਸ ਵਿੱਚ ਜੋ ਕੱਲ੍ਹ ਆਪਾਂ ਵੈਸੇ ਵਿਆਕਰਨ ਦੀ ਗੱਲ ਕਰਦੇ ਹਾਂ, ਗੁਰਬਾਣੀ ਵਿਆਕਰਨ ਦੇ ਜੋ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹੈ, ਅਜੇ ਤੱਕ ਉਹਨਾਂ ਦੀ ਕਨਫਰਮੇਸ਼ਨ ਸਾਡੇ ਕੋਲ ਆਈ ਨਹੀਂ। ਮੈਂ ਮੈਸੇਜ ਵੀ ਉਹਨਾਂ ਨੂੰ ਹੁਣੇ ਕੀਤਾ, ਪਰ ਅਜੇ ਤੱਕ ਵੀ ਉਹਨਾਂ ਦਾ ਜਵਾਬ ਨਹੀਂ ਆਇਆ। ਜੇ ਉਹਨਾਂ ਦੀ ਕਨਫਰਮੇਸ਼ਨ ਨਹੀਂ ਆਉਂਦੀ ਤਾਂ ਫਿਰ ਸਲਾਈਡ ਸ਼ੋ ਹੋਏਗਾ ਕੱਲ੍ਹ ਸਾਡੇ MP ਸਿੰਘ ਜੀ ਦਿੱਲੀ ਵਾਲੇ, ਪਰਮਾਤਮਾ ਦੇ ਪ੍ਰਤੱਖ ਦਰਸ਼ਨ ਕਿਵੇਂ ਹੋਣ। ਕਿਵੇਂ ਉਹ ਬੜੀ ਵਧੀਆ ਸਲਾਈਡ ਹੈ, ਅਸੀਂ ਜਲੰਧਰ ਇੱਕ ਵਾਰੀ ਦੇਖੀ ਵੀ ਹੈ। ਉਹ ਸਲਾਈਡ ਸ਼ੋ ਹੈ ਕੱਲ੍ਹ ਦਾ, ਫਿਰ ਪਰਮਾਤਮਾ ਦੇ ਪ੍ਰਤੱਖ ਦਰਸ਼ਨ। ਅੱਜ ਬਹੁਤ ਭੁਲੇਖੇ ਨੇ, ਰੱਬ ਦੇ ਦਰਸ਼ਨ ਕੋਈ ਉਂਗਲਾਂ 'ਚੋਂ ਦਿਖਾਉਂਦਾ, ਹੱਥਾਂ 'ਚੋਂ ਐਂ ਕਰਕੇ ਦਿਖਾ ਦਿੰਦਾ, ਕੋਈ ਰੱਬ ਇੱਥੇ ਦਿਖਾਉਂਦਾ, ਕੋਈ ਰੱਬ ਇੱਥੇ ਦਿਖਾਉਂਦਾ। ਅਸਲ 'ਚ ਰੱਬ ਦੇ ਦਰਸ਼ਨ ਕੀ ਹੈ, ਪ੍ਰਤੱਖ ਦਰਸ਼ਨ ਕੀ ਹੈ, ਉਹ ਸਲਾਈਡ ਸ਼ੋ ਦੇ ਰਾਹੀਂ ਜੇ ਕੱਲ੍ਹ ਉਹਨਾਂ ਦੀ ਯਾਨੀ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਕੋਈ ਮਨਜ਼ੂਰੀ ਨਹੀਂ ਆਉਂਦੀ ਤਾਂ ਫਿਰ ਇਹ ਕੱਲ੍ਹ ਸਲਾਈਡ ਸ਼ੋ ਸਾਡਾ ਜਿਹੜਾ ਉਹ ਹੋਏਗਾ। ਪਰਸੋਂ ਆਪ ਜੀ ਨੂੰ ਪਤਾ ਹੀ ਹੈ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਦਾ ਜੋ ਲੈਕਚਰ ਚੱਲਦਾ ਹੈ ਉਹਦੇ ਤੀਜਾ ਹਿੱਸਾ, ਤੀਜਾ ਪਾਰਟ ਜਿਹੜਾ ਆਖਰੀ ਤੇ ਤੀਜਾ ਪਾਰਟ ਉਹ ਜਿਹੜਾ ਹੈ ਉਹ ਪਰਸੋਂ ਸਾਡੇ ਨਾਲ ਦਲਿਤ ਭਾਈਚਾਰਾ ਮੂਲ ਭਾਰਤੀ ਨਿਵਾਸੀ ਜਿਹੜੇ ਹਨ ਉਹ ਸਿੱਖੀ ਤੋਂ ਦੂਰ ਕਿਉਂ, ਤਾਂ ਉਹ ਉਹਨਾਂ ਦਾ ਲਾਸਟ ਵਿਸ਼ਾ ਹੈ। ਉਸ ਤੋਂ ਅੱਗੇ
ਫਿਰ ਸੋਮਵਾਰ ਨੂੰ ਸਵਾਲ ਜਵਾਬ ਹੋਣਗੇ ਤੇ ਨਾਲ ਐਤਵਾਰ ਨੂੰ ਪੈਨਲ ਦੀ ਮੀਟਿੰਗ ਵੀ ਹੋਏਗੀ। ਮੈਂ ਉਹ ਵੀ ਬੇਨਤੀ ਕਰਦਾ ਸਾਰੇ ਪੈਨਲ ਮੈਂਬਰਾਂ ਨੂੰ ਵੀ ਉੱਥੇ ਸ਼ਾਮਲ ਜ਼ਰੂਰ ਹੋਇਆ ਕਰੋ। ਤੇ ਨਾਲ ਸਤਿੰਦਰ ਸਿੰਘ ਜੀ ਜੋ ਆਸਟ੍ਰੇਲੀਆ ਨੇ ਅੱਜ ਸ਼ਾਮਲ ਨਹੀਂ ਹੋਏ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਵੀ ਉਸ ਪੈਨਲ ਦੇ ਵਿੱਚ ਤੇ ਸਵਾਲ ਜਵਾਬ ਦੇ ਵਿੱਚ ਸ਼ਾਮਲ ਹੋਣ, ਤਾਂ ਕਿ ਸਾਨੂੰ ਹੋਰ ਉਹਨਾਂ ਕੋਲੋਂ ਗਾਈਡੈਂਸ ਜਿਹੜੀ ਆ ਮਿਲ ਸਕੇ। ਅੱਜ ਦੀ ਇਸ ਸਮੁੱਚੀ ਕਲਾਸ ਦੇ ਵਿੱਚ ਆਪ ਜੀ ਨੇ ਗੁਰਬਾਣੀ ਵਿਆਕਰਨ ਦੇ ਕੋਈ ਨਿਯਮ ਦੇਖੇ ਸੁਣੇ ਹਨ। ਵੀਰ ਸੁਖਵਿੰਦਰ ਸਿੰਘ ਜੀ ਜਿਹੜੀ ਮਿਹਨਤ ਕਰਦੇ ਹਨ, ਸਟੂਡੈਂਟ ਤੋਂ ਪੜ੍ਹ ਕੇ ਤੇ ਫਿਰ ਤਿਆਰੀ ਕਰਕੇ ਪੜ੍ਹਾਉਣਾ ਇਹ ਸੌਖੀ ਗੱਲ ਨਹੀਂ ਹੁੰਦੀ, ਬੜੀ ਔਖੀ ਗੱਲ ਹੁੰਦੀ ਹੈ। ਤੇ ਵਿਆਕਰਨ ਦੇ ਖਾਸ ਕਰਕੇ ਤਿਆਰੀ ਕਰਨੀ ਜਿਹੜੀ ਹੈ ਇਹ ਜ਼ਿਆਦਾ ਮੇਰੇ ਲਈ ਮੁਸ਼ਕਿਲ ਹੈ, ਬਾਕੀ ਨਾਲ ਜਿਹੜੇ ਕਰਦੇ ਉਹਨਾਂ ਲਈ ਤਾਂ ਬੜਾ ਸੌਖਾ ਜਿਹਾ ਕੰਮ ਹੈ। ਤੇ ਜਿਹੜੇ ਮੇਰੇ ਵਰਗੇ ਉਹਨਾਂ ਲਈ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਹੈ, ਕਿਉਂਕਿ ਵਿਆਕਰਨ ਨੂੰ ਸਮਝਣਾ ਕਾਫੀ ਕੁਝ ਮੈਂ ਵਿਆਕਰਨ ਦੇ ਪੀਰੀਅਡ ਜਿਹੜੇ ਲੱਗੇ ਆਪਣੇ ਕਲਾਸਾਂ 'ਚੋਂ ਨਵਾਂ ਕੁਝ ਸਿੱਖਣ ਨੂੰ ਸਿੱਖਿਆ ਵੀ ਹੈ। ਤੇ ਫਿਰ ਕਾਫੀ ਕੁਝ ਸਮਝ ਵੀ ਆ ਗਿਆ, ਪਾਠ ਕਰਦਿਆਂ ਵੀ ਪਤਾ ਲੱਗ ਜਾਂਦਾ। ਕੋਈ ਨਿਯਮ ਜਿਹੜੇ ਪੜ੍ਹੇ ਹੋਏ ਆ ਥੋੜ੍ਹੇ ਬਹੁਤੇ, ਉਹ ਜਦੋਂ ਅਸੀਂ ਪਾਠ ਬਾਣੀ ਪੜ੍ਹਦੇ ਹਾਂ ਤਾਂ ਸਮਝ ਆਉਂਦੇ ਆ। ਇਹਨਾਂ ਦਾ ਬਹੁਤ ਬਹੁਤ ਲਾਭ ਜਿਹੜਾ ਸਾਨੂੰ ਹੁੰਦਾ ਹੈ। ਪਰ ਥੋੜ੍ਹਾ ਜਿਹਾ ਜੇ ਦਿਮਾਗ 'ਤੇ ਧਿਆਨ ਲਾ ਕੇ ਪੜ੍ਹੀਏ ਅਤੇ ਸੁਣੀਏ ਤਾਂ, ਅਦਰਵਾਈਜ਼ ਫਿਰ ਜਿਵੇਂ ਅਸੀਂ ਪੜ੍ਹਿਆ ਤੇ ਉਵੇਂ ਲੰਘ ਜਾਂਦਾ ਸਿਸਟਮ ਸਾਰਾ। ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਖਾਸ ਕਰਕੇ ਵੀਰ ਸੁਖਵਿੰਦਰ ਸਿੰਘ ਜੀ ਦਾ, MP ਸਿੰਘ ਜੀ ਦਾ, ਜਿਨ੍ਹਾਂ ਨੇ ਆ ਸਕਰੀਨ ਸ਼ੇਅਰ ਕੀਤੀ ਹੈ। ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀ, ਕਿਉਂਕਿ ਬੁੱਕ ਦੀ ਜ਼ਿੰਮੇਵਾਰੀ ਮੇਰਾ ਖਿਆਲ ਉਹਨਾਂ ਕੋਲ ਮਿਲੀ ਨਹੀਂ, ਉਹਨਾਂ ਤੋਂ ਮੈਨੂੰ ਆਪ ਇੱਥੋਂ ਸ਼ੇਅਰ ਕਰਨੀ ਪਈ ਹੈ। ਇਸ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦਾ ਵੀ ਸਮਾਂ ਲਿਆ। ਤੋ ਹੁਣ ਉਸ ਤੋਂ ਬਾਅਦ ਕਲਾਸ ਅਗਲੀ ਜਿਹੜਾ ਤਕਰੀਬਨ 1 ਘੰਟੇ ਬਾਅਦ ਹੋਏਗੀ, ਦਿੱਲੀ ਤੋਂ ਜਿਹੜੀ ਕਲਾਸ ਲੱਗਦੀ ਹੈ ਉਹਦੇ ਕਲਾਸ ਦੇ ਵਿੱਚ ਵੀ MP ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰਨੀ ਹੈ। ਅੱਜ ਸਰ ਗੁਰਦੀਪ ਸਿੰਘ ਜੀ ਕਰਨਗੇ, ਕੱਲ੍ਹ ਬਾਬਾ ਫਰੀਦ ਜੀ ਦੇ ਸਲੋਕ, ਸ਼ੇਖ ਫਰੀਦ ਦੇ ਸਲੋਕ ਜਿਹੜੇ ਹਨ ਉਹਨਾਂ ਦੇ ਅੱਗੋਂ ਲੜੀਵਾਰ ਵਿਚਾਰ ਚੱਲੇਗੀ। ਇਸ ਤਰ੍ਹਾਂ ਵੀ ਕਲਾਸ ਜਿਹੜੀ ਹਫ਼ਤੇ ਦੀ ਤਕਰੀਬਨ ਰੋਜ਼ ਹੀ ਚੱਲਦੀ ਹੈ। ਲੇਕਿਨ ਸਰ MP ਸਿੰਘ ਜੀ ਦੋ ਬਾਬਾ ਫਰੀਦ ਜੀ ਦੇ, ਸ਼ੇਖ ਫਰੀਦ ਜੀ ਦੇ ਸਲੋਕ ਜਿਹੜੇ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਹਦੀ ਲੜੀਵਾਰ ਵਿਚਾਰ ਇਹਨਾਂ ਨੇ ਆਰੰਭ ਕੀਤੀ ਹੈ। ਤਾਂ 2 ਦਿਨ ਹਫ਼ਤੇ ਦੇ ਵਿੱਚ ਉਹ ਵਿਚਾਰ ਅਸੀਂ ਇਹਨਾਂ ਪਾਸੋਂ ਸਰਵਣ ਕਰਦੇ ਹਾਂ। ਕਲਾਸ ਦੀ ਅੱਜ ਦੀ ਸੇਵਾ ਨਿਭਾਉਂਦਿਆਂ ਸਾਰੇ ਸਮੁੱਚੀ ਸੇਵਾ ਕਰਦਿਆਂ ਆਪ ਸਾਰਿਆਂ ਦੇ ਕੋਲੋਂ ਖਿਮਾ ਚਾਹੁੰਦੇ ਹਾਂ, ਔਰ ਆਪ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਗਲੇ ਆਉਣ ਵਾਲੇ ਸਮੇਂ ਵਿੱਚ ਅਸੀਂ ਪਹਿਲਾ ਪ੍ਰਬੰਧ ਜਿਹੜਾ ਸਾਡਾ ਹੋ ਜਾਏਗਾ ਵੀ ਕਿ ਵੀਰ ਕੀ ਕਿਸ ਤਰ੍ਹਾਂ ਲੱਗੇ, ਕਿਉਂਕਿ ਅਜੇ ਉਹਨਾਂ ਤੱਕ ਜਵਾਬ ਨਾ ਆਉਣ ਕਰਕੇ ਅਸੀਂ ਪ੍ਰਬੰਧ ਅਜੇ ਤੁਹਾਨੂੰ ਪੂਰਾ ਜਵਾਬ ਨਹੀਂ ਦੇ ਸਕੇ। ਤੇ ਕਲਾਸ ਕੱਲ੍ਹ ਕਿਹੜੀ ਲੱਗੇਗੀ, ਆ ਫਿਰ ਵੀ ਕੋਸ਼ਿਸ਼ ਇਹ ਹੈ ਵੀ ਜੇ ਉਹ ਕਲਾਸ ਨਹੀਂ ਲੱਗੇਗੀ ਤਾਂ ਸਲਾਈਡ ਸ਼ੋਅ ਜਿਹੜਾ ਹੈ ਉਹ ਜ਼ਰੂਰ ਕੱਲ੍ਹ ਆਪ ਜੀ ਦੇ ਨਾਲ ਸਾਂਝਾ ਹੋਏਗਾ ਜੀ। ਇੱਕ ਵਾਰ ਫਿਰ ਸਾਰਿਆਂ ਦੀ ਭੁੱਲ ਚੁੱਕ ਦੀ ਖਿਮਾ, ਔਰ ਸਾਰਿਆਂ ਨੂੰ ਪਿਆਰ ਸਤਿ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ